ਸਾਨੂੰ ਇਹ ਰੋਡ ਮੈਪ ਸਮਝਾ ਦਿਓ ਕਿ ਕਿਸ ਤਰੀਕੇ ਦਾ ਇਹ ਪ੍ਰੋਗਰਾਮ ਹੋਊਗਾ, ਕਿਉਂਕਿ ਲੋਕਾਂ ਤੱਕ ਇਹ ਚੀਜ਼ ਪਹੁੰਚਣੀ ਬੜੀ ਜ਼ਰੂਰੀ ਹੈ। ਪੰਜਾਬ ਤੋਂ ਵੀ ਲੋਕਾਂ ਨੇ ਆਉਣਾ, ਹਰਿਆਣੇ ਤੋਂ ਬਹੁਤ ਜਗ੍ਹਾ ਤੋਂ ਲੋਕਾਂ ਨੇ ਆਉਣਾ। ਇੱਕ ਵਾਰ ਸਮਝਾ ਦਿਓ ਕਿ ਕਿਸ ਤਰ੍ਹਾਂ ਦੀ ਕਾਲ ਹੋਏਗੀ। ਇਹਦਾ ਫੈਸਲਾ ਕਿਵੇਂ ਆਇਆ ਸੀ ਕਿ KMP ਨੂੰ ਬੰਦ ਕਰੀਏ ਤਾਂ ਸਰਕਾਰ ਤੇ ਪ੍ਰੈਸ਼ਰ ਬਿਲਡ ਹੋ ਸਕਦਾ? डेरा डालो, घेरा डालो। ਮੋਰਚਾ ਆਪਣੀ ਚਾਲ ਚੱਲ ਰਿਹਾ ਹੈ, ਸਰਕਾਰ ਆਪਣੀ ਚਾਲ ਚੱਲ ਰਹੀ ਹੈ। ਇਹ ਵਿਚਕਾਰਲਾ ਜਿਹੜਾ ਵਕਫਾ ਇਹ ਕਿਵੇਂ ਤੈਅ ਹੋਊਗਾ? ਕਾਫੀ ਲੰਬਾ ਹੋਊਗਾ। मैं ये कहना कोई संकोच नहीं करूँगा भी ओपोजिशन भी माड़ी है, कल्ला राजयोग नहीं मारा ਜਿਹੜੇ ਰਾਜ ਕਰ ਰਹੇ ਨੇ ਉਹਦੇ ਸਾਹਮਣੇ ਓਪੋਜੀਸ਼ਨ ਵੀ ਬਹੁਤ ਮਾੜੀ ਆ ਜਿਹੜਾ ਸਾਨੂੰ ਇੱਥੇ ਬੈਠਣਾ ਪੈ ਗਿਆ। ਇਲੈਕਸ਼ਨਾਂ ਆ ਗਈਆਂ ਕਈ ਸਟੇਟਾਂ 'ਚ, ਮੇਰੇ ਖਿਆਲ ਨਾਲ ਸਿਆਸੀ ਪਾਰਟੀਆਂ ਤਾਂ ਉੱਧਰ ਰੁੱਝੀਆਂ ਹੋਈਆਂ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿਸਾਨ ਮਰਦਾ। ਇਹ ਸਾਡੇ ਤੇ ਸਗੋਂ ਸ਼ੱਕ ਦੀ ਸੂਈ ਰੱਖਦੇ ਆ ਵੀ ਤੁਸੀਂ ਨਾ ਹਟ ਜਿਓ, ਅਸੀਂ ਤੁਹਾਡੇ ਨਾਲ ਪੱਕੇ ਤੌਰ ਤੇ ਖੜੇ ਆ। ਕਿਸਾਨ ਜੇ ਸਿੱਧੀ ਚਾਹੇ ਸਿੱਧੀ ਲੈ ਸਕਦਾ, ਜੇ ਆੜ ਦੇ ਥਰੂ ਚਾਹੇ ਆੜ ਦੇ ਥਰੂ ਲੈਣਾ ਚਾਹੁੰਦਾ। ਕਿਸਾਨ ਨੂੰ ਆਜ਼ਾਦੀ ਹੈ, ਕਿਸਾਨ ਆਪਣੇ ਆਜ਼ਾਦ ਤੌਰ ਤੇ ਆਪਣੀ ਫਸਲ ਵੇਚ ਸਕਦਾ। ਇਹ AMC ਮੰਡੀ ਸਾਡੀ ਪੰਜਾਬ ਵਾਲੀ ਸਾਨੂੰ ਆਗਿਆ ਦਿੰਦੀ ਆ, ਤੇ ਫਿਰ ਸੈਂਟਰ ਨੂੰ ਆ ਕੇ ਫਿਰ ਉਸ ਦਖਲ ਦੇਣਾ। ਪਹਿਲਾਂ ਆੜਤੀ ਦੇ ਕਿਸਾਨ ਨੂੰ ਲੜਾਉਣ 'ਚ ਇਹ ਸਿੱਧੀ ਤੈਗੀ ਕੰਮ ਕਰੂਗੀ, ਫਿਰ ਕਿਸਾਨ ਤੇ ਜਿਹੜਾ ਸਾਡਾ ਜ਼ਮੀਨ ਦਾ ਮਾਲਕ ਆ ਉਹ ਵੀ ਸਾਡਾ ਵੀਰ ਹੀ ਆ ਕਿਸਾਨ, ਪਰ ਉਹ ਦੇਖਦੇ ਨਾ ਕੁਛ ਮਜਬੂਰੀ ਖਾਤਰ ਉਹਦੇ ਨਾਲ ਲੜਾਉਣ 'ਚ ਵੀ ਪੇਮੈਂਟ ਉਹਦੇ ਖਾਤੇ ਜਾਊ, ਫਿਰ ਕਿਸਾਨ ਲਈ ਫਿਰੂ, ਤੇ ਫਿਰ ਆੜਤੀ ਨੂੰ ਫੜਾਉਂਦਾ ਫਿਰੂਗਾ। ਉਸ ਤੋਂ ਬਾਅਦ ਲੱਭਿਆ ਇਹਨਾਂ ਨੇ ਵੀ ਚੌਥਾ ਇਹਨਾਂ ਦਾ ਥੰਮ ਆ ਜਿਹੜਾ ਖੇਤੀ ਦਾ, ਉਹ ਮਜ਼ਦੂਰ ਆ। ਜਿਹੜਾ COVID-19 ਦੇ ਵਿੱਚ ਸਾਡੇ ਆਖੇ ਲਾ ਕੇ ਬੱਸਾਂ ਚੜ੍ਹ ਕੇ ਆ ਗਿਆ, ਉਹ ਵਧੂਆ ਮਜ਼ਦੂਰ ਕਿਵੇਂ ਹੋ ਸਕਦਾ? ਉਹ ਤਾਂ ਇੱਥੋਂ ਕਮਾਈ ਲੈ ਕੇ ਜਾਂਦੇ ਤੇ ਖੁਸ਼ ਹੋ ਕੇ ਪੰਜਾਬ 'ਚੋਂ ਜਾਂਦੇ ਨੇ। ਹਰਜੀਤ ਗਰੇਵਾਲ ਹੋਰੀ ਉਹ ਕਹਿੰਦੇ ਲੱਖੇ ਨੂੰ ਲਿਆਉਣਾ ਜਾਂ ਲੱਖੇ ਨੂੰ ਵਾਪਸ ਮੋਰਚੇ ਦੇ ਵਿੱਚ ਲੈ ਕੇ ਆਉਣਾ, ਉਹਨੂੰ ਸਟੇਜ ਤੇ ਲੈ ਕੇ ਆਉਣਾ, ਅੰਦੋਲਨ ਦਾ ਹਿੱਸਾ ਬਣਾਉਣਾ ਜਥੇਬੰਦੀਆਂ ਦੇ ਲੀਡਰਾਂ ਦੀ ਮਜਬੂਰੀ ਬਣ ਗਈ ਸੀ। ਕਹਿੰਦੇ ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਪੈ ਰਿਹਾ, ਕਹਿੰਦੇ ਡਰਦੇ ਨੇ ਕਿ ਲੋਕ ਸਾਨੂੰ ਹੁਣ ਇੱਟਾਂ ਵੱਟੇ ਮਾਰਨਗੇ ਤੇ ਲੱਖਾ ਬਚਾਉਣ ਆਊਗਾ। ਹਾਲਾਤ ਆ ਤੁਹਾਡੇ ਵੈਬ ਕੈਮਰੇ ਕੂਮਰੇ ਵਾਲੇ ਨੇ ਬਣਾਇਆ, ਕੋਈ ਇੱਥੇ ਗਰਾਊਂਡ 'ਚ ਹੈ ਨਹੀਂ ਹੈ। ਕੁਛ ਡਿਫਰੈਂਸਿਸ ਹੁੰਦੇ ਆ, ਪਰ ਇਹਨੂੰ ਐਡਾ ਵੱਡਾ ਲੈ ਕੇ ਜਾਣਾ, ਮੀਡੀਆ 'ਚ ਲੈ ਕੇ ਜਾਣਾ ਕੋਈ ਜ਼ਰੂਰੀ ਨਹੀਂ ਸੀ। ਸਰਕਾਰ ਦੇ ਜਿਹੜੇ IT ਸੈੱਲ ਆ ਉਹ ਵੱਧ ਲੈ ਕੇ ਗਏ। ਹਰਜੀਤ ਗਰੇਵਾਲ ਵੀ ਵਿਚਾਰਾ IT ਸੈੱਲ 'ਚੋਂ ਇੱਕ ਕਮਾਲ ਹੋ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਵਿਜ਼ਨ ਪੰਜਾਬ TV ਦੇਖ ਰਹੇ ਹੋ ਤੇ ਮੈਂ ਰਵੀ ਸੰਗਰਾਹੂਰ। ਇਸ ਵੇਲੇ ਅਸੀਂ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਵੇ, ਜਿਸ ਨੂੰ ਅਸੀਂ ਸ਼ਾਰਟ ਫਾਰਮ ਦੇ ਵਿੱਚ ਬੋਲੀਏ ਤਾਂ KMP ਰੋਡ, ਜਿਹਨੂੰ ਤੁਸੀਂ ਅਕਸਰ ਸੁਣਦੇ ਹੋ, ਇਹ ਉਸ ਤੋਂ ਬਾਅਦ ਵੀ ਚਰਚਾ 'ਚ ਆਇਆ ਜਦੋਂ ਅੰਦੋਲਨ ਸ਼ੁਰੂ ਹੋਇਆ ਤੇ ਅੰਦੋਲਨ ਦੇ ਦਰਮਿਆਨ ਕਈ ਵਾਰ ਇਹ ਰੋਡ ਬੰਦ ਕੀਤਾ ਗਿਆ। ਬਹੁਤ ਵੱਡਾ ਰੋਡ ਹੈ, ਜਿਸ ਨੂੰ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਜਾਂ ਕੋਈ ਕਾਲ ਹੁੰਦੀ ਹੈ ਤਾਂ KMP ਨੂੰ ਬਾਰ-ਬਾਰ ਬੰਦ ਕੀਤਾ ਜਾਂਦਾ ਰਿਹਾ, ਤੇ ਅੱਜ ਅਸੀਂ ਉਸ ਰੋਡ ਤੇ ਹਾਂ। ਅੱਜ ਇੱਥੋਂ ਅਸੀਂ ਗੱਲਬਾਤ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਆਉਣ ਵਾਲੇ ਕੱਲ੍ਹ ਜਾਣੀ 10 ਅਪ੍ਰੈਲ ਨੂੰ 24 ਘੰਟੇ ਦੇ ਲਈ ਆਹ ਰੋਡ ਬੰਦ ਹੋਊਗਾ। ਇੱਕ ਵਾਰ ਆਵਾਜਾਈ ਤੁਸੀਂ ਚੱਲਦੀ ਦੇਖ ਸਕਦੇ ਹੋ, ਪਰ ਜੇ ਤੁਸੀਂ ਕੱਲ੍ਹ ਨੂੰ ਇਸੇ ਟਾਈਮ ਜਦੋਂ ਤੁਸੀਂ ਤਸਵੀਰਾਂ ਦੇਖੋਗੇ ਤਾਂ ਇਹ ਰੋਡ ਬੰਦ ਹੋਊਗਾ। ਜਾਣੀ ਸਵੇਰ 8 ਤੋਂ ਲੈ ਕੇ ਉਸ ਤੋਂ ਅਗਲੀ ਸਵੇਰ 8 ਵਜੇ ਤੱਕ ਇਹ ਰੋਡ ਬੰਦ ਰੱਖਿਆ ਜਾਊਗਾ। ਔਰ ਕਾਲ ਹੈ ਸੰਯੁਕਤ ਕਿਸਾਨ ਮੋਰਚੇ ਦੀ। ਇਹ ਕਾਲ ਕਿਉਂ ਦੇਣੀ ਪਈ, ਕਿਸ ਤਰ੍ਹਾਂ ਦੀ ਕਾਲ ਹੋਊਗੀ, ਇਹ ਪੂਰਾ ਰੋਡ ਮੈਪ ਕੀ ਹੋਊਗਾ, ਡਿਟੇਲ ਦੇ ਵਿੱਚ ਸਮਝਾਂਗੇ। ਸਾਡੇ ਨਾਲ 32 ਕਿਸਾਨ ਜਥੇਬੰਦੀਆਂ ਦੇ ਔਰ ਨਾਲ ਦੀ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਅਹਿਮ ਹਿੱਸਾ, ਇੱਕ ਅਹਿਮ ਚਿਹਰਾ ਕਾਦੀਆਂ ਸਾਹਿਬ ਸਾਡੇ ਨਾਲ ਹੈ। ਹਰਮੀਤ ਸਿੰਘ ਕਾਦੀਆਂ ਜੀ, ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਕਾਦੀਆਂ ਸਾਹਿਬ ਬਹੁਤ ਸਵਾਗਤ ਜੀ। ਕਾਦੀਆਂ ਸਾਹਿਬ, ਮੈਂ ਗੱਲ ਕੀਤੀ ਕਿ ਅਸੀਂ ਉਸ ਰੋਡ ਤੇ ਇਸ ਵੇਲੇ ਖੜੇ ਹਾਂ, ਤੁਹਾਨੂੰ ਸਪੈਸ਼ਲੀ ਅਸੀਂ ਇੱਥੇ ਲੈ ਕੇ ਵੀ ਆਏ ਕਿ ਪਹਿਲਾਂ ਸਾਨੂੰ ਇਹ ਰੋਡ ਮੈਪ ਸਮਝਾ ਦਿਓ ਕਿ ਕਿਸ ਤਰੀਕੇ ਦਾ ਇਹ ਪ੍ਰੋਗਰਾਮ ਹੋਊਗਾ, ਕਿਉਂਕਿ ਲੋਕਾਂ ਤੱਕ ਇਹ ਚੀਜ਼ ਪਹੁੰਚਣੀ ਬੜੀ ਜ਼ਰੂਰੀ ਹੈ। ਪੰਜਾਬ ਤੋਂ ਵੀ ਲੋਕਾਂ ਨੇ ਆਉਣਾ, ਹਰਿਆਣੇ ਤੋਂ ਬਹੁਤ ਜਗ੍ਹਾ ਤੋਂ ਲੋਕਾਂ ਨੇ ਆਉਣਾ। ਇੱਕ ਵਾਰ ਸਮਝਾ ਦਿਓ ਕਿ ਕਿਸ ਤਰ੍ਹਾਂ ਦੀ ਕਾਲ ਹੋਏਗੀ। ਇਹ ਸਾਡੀ ਕਾਲ ਹੈਗੀ ਆ ਜੀ 24 ਘੰਟੇ ਦੀ, ਸਵੇਰੇ 8 ਵਜੇ ਤੋਂ 10 ਤਰੀਕ ਤੋਂ 11 ਤਰੀਕ ਦੇ 8 ਵਜੇ ਤੱਕ ਦੀ ਕਾਲ। ਇਹ ਜਿਹੜੇ ਟੂਲ ਪਲਾਜ਼ਾ ਨੇ ਸਾਡੇ, ਇਹਦੇ ਆਪਣੇ ਪਿਛਲੇ ਪਾਸੇ ਵੈਸਟਰਨ ਪੈਰੀਫੇਰੀਆ ਕਹਿੰਦੇ ਨੇ, ਉੱਧਰੋਂ ਦੂਜਾ ਈਸਟਰਨ ਪੈਰੀਫੇਰੀਆ ਕਹਿੰਦੇ ਨੇ, ਤੇ ਉੱਥੇ ਇੱਕ ਟੂਲ ਪਲਾਜ਼ਾ ਉੱਥੇ ਇਕੱਠ ਹੋਊਗਾ, ਤੇ ਇਸ ਜਗ੍ਹਾ ਤੇ ਟੂਲ ਪਲਾਜ਼ਾ ਪਿੱਛੇ ਆ 7 ਕਿਲੋਮੀਟਰ ਇੱਥੇ ਜਿੱਥੋਂ ਆਪਾਂ ਖੜੇ ਆ, ਉੱਥੇ ਇਕੱਠ ਕੀਤਾ ਜਾਊਗਾ, ਤੇ ਉੱਥੇ ਪੱਕੇ ਤੌਰ ਤੇ 24 ਘੰਟੇ ਲਈ ਅੱਡੇ ਲਾਏ ਜਾਣਗੇ ਜੀ। ਤੇ ਹਰਿਆਣੇ, ਪੰਜਾਬ, ਰਾਜਸਥਾਨ, UP ਸਾਰੇ ਜਗ੍ਹਾ ਤੋਂ ਇੱਥੇ ਲੋਕ ਆਉਣਗੇ। ਇਹ ਆਪਾਂ ਖੜੇ ਆ ਸਿੰਘੂ ਬਾਰਡਰ ਦੇ ਉੱਤੇ, ਜਿੱਥੇ ਮੈਂ ਦੱਸ ਰਿਹਾ ਜੀ।
ਤੇ ਇਦਾਂ ਹੀ ਗਾਜ਼ੀਪੁਰ ਤੇ ਲੱਗਿਆ ਜਾਊਗਾ, ਉਹ KMP ਤੇ ਆਉਣਗੇ। ਇਦਾਂ ਹੀ ਟਿਕਰੀ ਬਾਰਡਰ ਦੇ ਉੱਤੇ ਆ ਕੇ ਉੱਥੇ ਇਦਾਂ ਹੀ ਲਾਏ ਜਾਣਗੇ ਨਾਕੇ, ਪੱਕੇ ਨਾਕੇ 24 ਘੰਟੇ ਲਈ ਲਾਏ ਜਾਣਗੇ। ਲੰਗਰ ਸਾਰਾ ਇੱਥੇ ਛਕਣ ਦਾ, ਚਾਹ ਛਕਣ ਦਾ ਪ੍ਰਬੰਧ ਇੱਥੇ ਹੋਊਗਾ। ਤੇ ਸਾਰੇ 4 ਆਪਾਂ ਸਟੇਟਾਂ ਕਹੀਏ ਨਾਰਥ ਇੰਡੀਆ ਦੀਆਂ, 4 ਸਟੇਟਾਂ ਇਹਦੇ 'ਚ ਭਾਗ ਲੈਣਗੀਆਂ। ਜਿਹੜੇ ਵੀ ਕਿਸਾਨ, ਇਹ ਜਿਹੜੇ 3 ਕਾਨੂੰਨ ਨੇ ਤੇ 2 ਆਰਡੀਨੈਂਸ ਆ, ਇਹਨਾਂ ਦੇ ਉਲਟ ਇੱਥੇ ਬੈਠਣਗੇ। ਕਾਦੀਆਂ ਸਾਹਿਬ, ਬਹੁਤ ਸਾਰੇ ਐਕਸ਼ਨ ਆਏ, ਹਾਲਾਂਕਿ KMP ਨੂੰ ਸੰਕੇਤਕ ਤੌਰ ਤੇ ਤਾਂ ਕਈ ਵਾਰ ਬੰਦ ਕੀਤਾ ਗਿਆ, ਪਰ 24 ਘੰਟੇ ਦੀ ਕਾਲ ਦੇਣੀ ਸਿਰਫ KMP ਨੂੰ ਹੀ ਬੰਦ ਕਰਨਾ, ਜਾਣੀ ਜਦੋਂ ਤੁਸੀਂ ਜੋੜ ਘਟਾਓ ਕਰਦੇ ਹੋ, ਜਦੋਂ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਉਹਦੇ ਵਿੱਚ ਜੋੜ ਘਟਾਓ ਦੇ ਵਿੱਚ ਉਹ ਫੈਸਲਾ ਲੈਂਦੇ ਹੋ ਜਿਹਦੇ ਨਾਲ ਸਰਕਾਰ ਤੇ ਪ੍ਰੈਸ਼ਰ ਬਿਲਡ ਕੀਤਾ ਜਾਵੇ। ਇਹਦਾ ਫੈਸਲਾ ਕਿਵੇਂ ਆਇਆ ਸੀ ਕਿ KMP ਨੂੰ ਬੰਦ ਕਰੀਏ ਤਾਂ ਸਰਕਾਰ ਤੇ ਪ੍ਰੈਸ਼ਰ ਬਿਲਡ ਹੋ ਸਕਦਾ? ਮੇਰੀ ਇੱਕ ਗੱਲ ਪਹਿਲਾਂ ਵਿੱਚ ਰਹਿ ਗਈ ਸੀਗੀ, ਮੈਂ ਉਹ ਪੂਰੀ ਕਰ ਦੇਣਾ, ਫਿਰ ਤੁਹਾਡਾ ਜਿਹੜਾ ਸਵਾਲ ਆ ਉਹਦਾ ਆਨਸਰ ਦਿੰਦਾ। ਵੀ ਸਾਡਾ ਜਿਹੜਾ 24 ਘੰਟੇ ਦੀ ਕਾਲ ਆ, ਇਹਦੇ ਵਿੱਚ ਪ੍ਰੈਗਨੈਂਟ ਲੇਡੀ, ਐਮਰਜੈਂਸੀ ਐਂਬੂਲੈਂਸ, ਆਰਮੀ ਮੈਨ ਤੇ ਕੋਈ ਵੀ ਬਿਮਾਰ ਵਿਅਕਤੀ ਹਸਪਤਾਲ ਜਾ ਰਿਹਾ ਉਹਦੇ ਵਾਸਤੇ ਇਹ ਫਾਇਰ ਬ੍ਰਿਗੇਡਸ ਇਹ ਵਾਸਤੇ ਇਹਦੇ ਓਪਨ ਰੱਖੂਗਾ ਰਸਤਾ। ਇਹ ਪ੍ਰੋਪਰ ਇੱਕ ਰਸਤਾ ਹੋਊਗਾ ਜਿਹੜਾ ਓਪਨ ਹੋਊਗਾ ਇਹਨਾਂ ਚੀਜ਼ਾਂ ਵਾਸਤੇ, ਜਿਹਨੂੰ ਆਪਾਂ ਐਮਰਜੈਂਸੀ ਸੇਵਾਵਾਂ ਕਹਿੰਦੇ ਆ, ਪੁਲਿਸ ਵਾਸਤੇ ਉਹ ਓਪਨ ਰਹੂਗਾ ਰਸਤਾ। ਦੂਜੀ ਗੱਲ, ਜਿਹੜਾ ਥੋੜਾ ਸਵਾਲ ਸੀ ਵੀ ਇਹਦੇ ਤੇ KMP ਤੇ ਆਉਂਦੇ ਆ, ਕਿਉਂ ਇਹੋ ਜਿਹੀ ਗੱਲ ਤੇ ਆਉਂਦੇ ਆ ਵੀ 24 ਘੰਟੇ ਲਈ ਰੋਕਿਆ ਗਿਆ? ਇਹ ਇੱਕ ਹਾਰਟ ਆ, ਇਹ ਸੜਕ ਜਿਹੜੀ ਬਣਾਈ ਗਈ ਆ, ਨਵੀਂ ਬਣੀ ਆ। ਕਾਫੀ ਲੋਕਾਂ ਨੂੰ ਹਾਲੇ ਬਾਹਰ ਰਹਿੰਦਿਆਂ ਨੂੰ, ਆਪਣਿਆਂ ਨੂੰ, ਵਸਿੰਦਿਆਂ ਨੂੰ ਸ਼ਾਇਦ ਨਾ ਪਤਾ ਹੋਵੇ, ਜਿਹੜੇ ਪਹਿਲਾਂ ਗਏ ਹੋਣ, ਵੀ ਇਹ ਪੂਰਾ ਰਾਊਂਡ 220 ਕਿਲੋਮੀਟਰ ਦਾ ਦਿੱਲੀ ਦੇ ਆਲੇ ਦੁਆਲੇ ਹੈਗਾ। ਸਾਡਾ ਜਿਹੜਾ ਪਹਿਲਾ ਨਾਰਾ ਸੀ, ਜਿੱਥੋਂ ਅਸੀਂ 25-26 ਤਰੀਕ ਨੂੰ ਪੰਜਾਬੋਂ ਤੁਰੇ ਆ, ਅਸੀਂ ਕਿਹਾ ਸੀ ਡੇਰਾ ਡਾਲੋ, ਗੇਰਾ ਡਾਲੋ ਦਿੱਲੀ ਦਾ। ਤਾਂ ਜੇ ਇਹ ਆਪਾਂ ਰੋਕਦੇ ਆ ਤਾਂ ਸਭ ਤੋਂ ਵਧੀਆ ਘੇਰਾ ਪੈਂਦਾ ਦਿੱਲੀ ਦਾ। ਤੇ ਡੇਰਾ ਅਸੀਂ ਲਾਏ ਹੋਏ ਆ ਪਹਿਲੇ, ਆਪਣੇ 135-36 ਦਿਨ ਹੋ ਚੁੱਕੇ ਆ ਸਾਨੂੰ ਆਇਆਂ ਨੂੰ। ਤੇ ਇਹ ਤੇ ਦੁਆਰਾ ਆ ਕੇ ਸਾਨੂੰ ਕਦੀ 4 ਘੰਟੇ ਲਈ, ਕਦੀ 12 ਘੰਟੇ ਲਈ, ਹੁਣ 24 ਘੰਟੇ ਲਈ। ਇਹ ਸਾਡਾ ਇੱਕ ਤਰ੍ਹਾਂ ਦਾ ਇਸ਼ਾਰਾ ਹੀ ਸਮਝ ਲਓ। ਜੇ ਅਸੀਂ 4 ਘੰਟੇ ਲਈ ਘੇਰ ਸਕਦੇ ਹਾਂ, ਅਸੀਂ 12 ਘੰਟੇ ਲਈ ਘੇਰ ਸਕਦੇ ਹਾਂ, ਅਸੀਂ 24 ਘੰਟੇ ਲਈ ਘੇਰ ਸਕਦੇ ਹਾਂ। ਵੀ ਕਿਸਾਨਾਂ ਦੀ ਆਵਾਜ਼ ਜੇ 134-35 ਦਿਨ ਲਈ ਨਹੀਂ ਸੁਣੀ ਜਾਂਦੀ ਤਾਂ ਕੋਈ ਐਕਸ਼ਨ ਤਾਂ ਦੇਣਾ ਪਊਗਾ ਨਾ ਜੀ। ਪੱਕੇ ਤੌਰ ਤੇ ਬੈਠੇ ਹਾਂ ਅਸੀਂ ਸਿੰਘੂ ਬਾਰਡਰਾਂ ਤੇ, ਟਿਕਰੀ ਤੇ ਗਾਜ਼ੀਪੁਰ ਤੇ, ਇਹ 'ਚ ਕੋਈ ਸ਼ੱਕ ਨਹੀਂ, ਅਸੀਂ ਬੜੇ ਸ਼ਾਂਤ ਤਰੀਕੇ ਨਾਲ ਬੈਠੇ ਹਾਂ। ਸਾਡਾ ਜਿਹੜਾ ਯੂਥ ਆ ਉਹ ਵੀ ਕਹਿੰਦਾ ਵੀ ਕੁਛ ਕਾਰਵਾਈ ਚਾਹੀਦੀ ਹੈ ਕਰਨੀ, ਬਹੁਤ ਸ਼ਾਂਤਮਈ ਤੇ ਬੈਠੇ ਆ। ਪਰ ਇਹ ਸ਼ਾਂਤਮਈ ਬੈਠਣਾ ਵੀ ਬੜਾ ਇੰਪੋਰਟੈਂਟ ਹੁੰਦਾ। ਜਦੋਂ ਕੋਈ ਦਰਿਆ ਸ਼ਾਂਤ ਹੋਵੇ, ਸਮਝ ਲਓ ਬਹੁਤ ਡੂੰਘਾ ਵਗਦਾ ਪਿਆ, ਉਹ ਫਿਰ ਡੂੰਘਾ ਵਗਦਾ ਹੋਇਆ ਕਿਨਾਰੇ ਤੋੜਦਾ ਜਾਂਦਾ। ਇਹ ਇਸ ਟਾਈਮ BJP ਸਰਕਾਰ ਦੇ ਕਿਨਾਰੇ ਤੋੜਦਾ ਜਾ ਰਿਹਾ। ਸ਼ਾਂਤਮਈ ਤਰੀਕੇ ਨਾਲ ਬੈਠਾ ਹੋਇਆ ਦਰਿਆ, ਇਹ ਡੂੰਘਾ ਹੋ ਰਿਹਾ, ਜਿਹਦੇ ਨਾਲ ਜਦੋਂ ਦਰਿਆ ਸੁੱਕੂਗਾ, ਜਦੋਂ ਇਹ ਐਜੀਟੇਸ਼ਨ ਖਤਮ ਹੋ, ਤੁਹਾਨੂੰ ਫੇਰ ਪਤਾ ਲੱਗੂ ਕਿੱਥੇ ਡੂੰਘਾਈ ਤੱਕ ਇਹਨੇ ਸਰਕਾਰਾਂ ਨੂੰ ਪੜਤਾ ਤੇ ਆਮ ਆਵਾਮ ਦੀ ਆਵਾਜ਼ ਸੁਣਨ ਨੂੰ ਮਜਬੂਰ ਕਰਤਾ। ਡੈਡਲੌਕ ਬੁਰੇ ਤਰੀਕੇ ਦਾ ਹੈ ਆਪਣਾ ਕਾਦੀਆਂ ਸਾਹਿਬ। ਲੋਕ ਬੜੀ ਉਮੀਦ ਰੱਖਦੇ ਨੇ ਕਿ ਗੱਲਬਾਤ ਹੋਵੇ, ਹਾਲਾਂਕਿ ਬਹੁਤ ਵਾਰ ਗੱਲਬਾਤ ਹੋਈ। ਜਦੋਂ ਤੁਸੀਂ ਸਵੇਰੇ ਗੱਲਬਾਤ ਲਈ ਜਾਂਦੇ ਹੋ, ਜਦੋਂ ਬੱਸਾਂ 'ਚ ਸਵਾਰ ਹੁੰਦੇ ਹੋ, ਤਾਂ ਲੋਕਾਂ ਦੇ ਨਾ ਜਦੋਂ ਤੁਸੀਂ ਚਿਹਰੇ ਦੇਖਦੇ ਹੋ ਜਾਂ ਉਹਨਾਂ ਦੀਆਂ ਅੱਖਾਂ ਦੇਖਦੇ ਹੋ, ਇੱਕ ਉਮੀਦ ਹੁੰਦੀ ਹੈ ਤੁਹਾਡੇ ਤੋਂ ਕਿ ਚੱਲੇ ਨੇ ਸਰਕਾਰ ਨਾਲ ਗੱਲਬਾਤ ਕਰਨ, ਸਾਡੇ ਲਈ ਕੁਝ ਚੰਗਾ ਲੈ ਕੇ ਆਉਣਗੇ। ਪਰ ਉਹ ਕਿਤੇ ਨਾ ਕਿਤੇ ਸਮਾਂ ਖੋ ਗਿਆ, ਸਰਕਾਰ ਦੀ ਤਰਫੋਂ ਖੋਇਆ ਜਾਂ ਜਿਹੜੇ ਵੀ ਵਿੱਚ ਸਿਚੁਏਸ਼ਨਸ ਆਈਆਂ, ਜਿਹੜੇ ਵਿੱਚ ਸਮੀਕਰਨ ਬਦਲੇ। ਕੀ ਵਜ੍ਹਾ ਮੰਨਦੇ ਹੋ? 2.5 ਮਹੀਨੇ ਲੰਘਾਤੇ ਸਰਕਾਰ ਦੇ, ਮੋਰਚਾ ਆਪਣੀ ਚਾਲ ਚੱਲ ਰਿਹਾ ਹੈ, ਸਰਕਾਰ ਆਪਣੀ ਚਾਲ ਚੱਲ ਰਹੀ ਹੈ, ਇਹ ਵਿਚਕਾਰਲਾ ਜਿਹੜਾ ਵਕਫਾ ਇਹ ਕਿਵੇਂ ਤੈਅ ਹੋਊਗਾ? ਕਾਫੀ ਲੰਬਾ ਹੋ ਗਿਆ। ਕੋਈ ਵੀ ਵਧੀਆ ਫੈਸਲਾ ਕਦੇ ਘਰ ਵਾਸਤੇ ਵੀ ਲੈਣਾ ਹੋਵੇ ਤਾਂ ਸਮਾਂ ਲੱਗਦਾ, ਤੇ ਜੇ ਆਪ ਦੀ ਗੱਲ ਪਗਾਉਣੀ ਆ, ਸਰਕਾਰ ਨੂੰ ਗਲਤ ਸਾਬਤ ਕਰਨਾ, ਤਾਂ ਸਮਾਂ ਤਾਂ ਲੱਗੂਗਾ। ਇਹਦਾ ਤਾਂ ਸਾਨੂੰ ਪਹਿਲਾਂ ਵੀ ਨਿਰਦੇਸ਼ਾ ਸੀ, ਜਥੇਬੰਦੀਆਂ ਨੂੰ ਵੀ ਸੀਗਾ ਵੀ ਸਰਕਾਰਾਂ ਈਗੋ ਪ੍ਰੋਬਲਮ ਦੇ ਵਿੱਚ ਆ ਕੇ ਜਾਂ ਰਾਜ ਹੱਟ ਦੇ ਵਿੱਚ ਆ ਕੇ ਕਈ ਵਾਰੀ ਫੈਸਲਾ ਵਾਪਸ ਨਹੀਂ ਲੈਂਦੀਆਂ, ਭਲਾ ਬੇਸ਼ੱਕ ਉਹ ਗਲਤੀ ਹੋਵੇ ਫੈਸਲਾ। ਪਰ ਜੇ ਆਪਾਂ ਕਹੀਏ ਵੀ ਲੋਕਡਾਊਨ ਲੱਗਿਆ, ਗੱਲਬਾਤ ਸਾਡੀ ਰੁਕੀ, ਉਹਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਵੀ ਪਹਿਲਾਂ ਜਿਹੜਾ 20 ਦਿਨ ਦਾ ਸੀ, ਉਸ ਤੋਂ ਬਾਅਦ ਜਿਹੜੀ ਗੱਲਬਾਤ ਹੋਣ ਲੱਗੀ ਜਨਵਰੀ ਦੇ ਮਹੀਨੇ, ਫਿਰ ਲਗਾਤਾਰ ਆਪਾਂ ਨੂੰ ਮਿਲਿਆ। ਜਦੋਂ ਆਪਣੀ ਪਰਾਲੀ ਦੇ ਉੱਤੇ ਗੱਲ ਖਤਮ ਹੋ ਗਈ ਵੀ ਆਰਡੀਨੈਂਸ ਨਹੀਂ ਜਾਰੀ ਹੋਊਗਾ, ਫਿਰ ਇੱਕ ਵਾਰੀ ਗੱਲਬਾਤ ਮੁੱਕੀ ਵੀ ਬਿਜਲੀ ਜਿਹੜਾ ਸੋਧ ਬਿੱਲ ਐਕਟ ਆ, ਆਰਡੀਨੈਂਸ ਉਹ ਨਹੀਂ ਦੁਆਰਾ ਲਾਗੂ ਹੋਊਗਾ, ਤਾਂ ਉਦੋਂ ਇਹ ਆਸ ਹੋ ਗਈ ਸੀ ਵੀ ਸ਼ਾਇਦ ਸਰਕਾਰ ਹੁਣ ਸਾਡੀ ਕਿਸੇ ਨਾ ਕਿਸੇ ਗੱਲ ਤੇ ਆ ਜਾਊਗੀ। ਪਰ ਉਹ ਗੱਲਬਾਤ 22 ਤਰੀਕ ਨੂੰ ਜਦੋਂ ਉਹਨਾਂ ਨੇ ਫਰੀਜ਼ ਕਰਨ ਨੂੰ ਕਿਹਾ 1.5 ਸਾਲ ਵਾਸਤੇ, ਉਦੋਂ ਸਾਡੀ ਜਥੇਬੰਦੀਆਂ ਦਾ ਫੈਸਲਾ ਹੋਇਆ ਵੀ ਨਹੀਂ, ਇਹ ਫਰੀਜ਼ ਨਹੀਂ 1.5 ਸਾਲ ਹੀ ਕੀਤਾ ਜਾ ਸਕਦਾ, ਇਹਨੂੰ ਰਿਪੀਲ ਹੀ ਕਰਨਾ ਸਾਡੀ ਮੰਗ ਆ, ਤੇ ਉਸ ਮੰਗ ਤੇ ਅਸੀਂ ਟੱਲ ਖੜੇ ਆ। ਉਸ ਤੋਂ ਬਾਅਦ ਜ਼ਰੂਰ ਆ ਵੀ 2.5 ਮਹੀਨੇ ਹੋ ਗਏ ਵੀ ਆਪਾਂ ਟੱਪ ਗਏ, ਗੱਲਬਾਤ ਟੁੱਟੀ ਨੂੰ। ਹਰ ਕਿਸਾਨ, ਹਰ ਬਾਹਰਲਾ ਵਸਿੰਦਾ ਜਿਹੜਾ ਦੇਖਦਾ, ਜਿਹੜਾ ਵੀ ਫੋਨ ਕਰਦਾ ਵੀ ਗੱਲਬਾਤ ਕਦੋਂ ਮੁੱਕੂ, ਸਰਕਾਰ ਤੁਹਾਡੇ ਨਾਲ ਗੱਲ ਕਰਦੀ ਆ ਨਹੀਂ ਕਰਦੀ,
ਕਾਰਨ ਕੀ ਆ ਵੀ ਕਿਤੇ ਆਪਣੇ 'ਚ ਕਮੀਆਂ ਨੇ, ਕਿਤੇ ਸਰਕਾਰ 'ਚ ਕਮੀਆਂ ਨੇ। ਹਰ ਕੋਈ ਲੱਭਦਾ, ਹਰ ਬੰਦੇ ਨੂੰ ਬੋਲਣ ਦਾ ਹੱਕ ਵੀ ਹੈ। ਪਰ ਗੱਲ ਇਹ ਹੁੰਦੀ ਹੈ ਜਦੋਂ ਤੁਸੀਂ ਇੱਕ ਕਹਿਤਾ ਵੀ ਅਸੀਂ 3 ਰਿਕਾਰਡ ਅਪੀਲ ਕਰਨੇ ਨੇ, ਰਾਜ ਹੱਟ 'ਚ ਆ ਚੁੱਕੀ ਆ ਸਰਕਾਰ। ਹੁਣ ਉਹਦਾ ਰਸਤਾ ਖੋਲ੍ਹਣਾ ਸਰਕਾਰ ਦਾ ਕੰਮ ਆ। ਆਵਾਮ ਤਾਂ ਸ਼ਾਂਤਮਈ ਬੈਠੀ ਆ, 2.5 ਮਹੀਨੇ ਦੀ ਬੈਠੀ ਵੀ ਸ਼ਾਂਤਮਈ ਆ ਨਾ। ਦੇਖੋ ਸਰਦੀ ਨਿਕਲ ਗਈ, ਉਹਦੇ 'ਚ ਸਾਰੀ ਸਰਦੀ ਕੱਢੀ 2.5 ਮਹੀਨੇ 'ਚ, ਫਿਰ ਉਹ ਗਰਮੀ ਆ ਗਈ, ਫਿਰ ਸਾਡੀ ਹੁਣ ਵਾਢੀ ਦੀ ਰੁੱਤ ਵੀ ਆ ਗਈ। ਜਿਹੜਾ ਹੁਣ 24 ਘੰਟੇ ਦਾ ਲਾਇਆ ਜਾ ਰਿਹਾ, ਇਹ ਵੀ ਇਸ ਦਿਸ਼ਾ ਵੱਲ ਲਾਇਆ ਜਾ ਰਿਹਾ ਵੀ ਇਹ 24 ਘੰਟੇ ਦਾ ਲਾ ਕੇ ਅਸੀਂ ਆਪਣੀ ਫਸਲਾਂ ਵੱਢਣ ਜਾਣੀ ਜੀ। ਫਸਲਾਂ ਵੱਢਣ ਤੋਂ ਬਾਅਦ ਕੋਈ ਫਿਰ ਸਖਤ ਫੈਸਲੇ ਲੈਣ ਦੀ ਸਾਡੀ ਮਜਬੂਰ ਨਾ ਕਰੋ। ਸਰਕਾਰ ਨੂੰ ਤਾਂ ਮੈਂ ਇਹੀ ਦਲੀਲ ਦਊਂ ਤੁਹਾਡੇ ਵਿੱਚੋਂ ਵੀ ਮਜਬੂਰ ਨਾ ਕੀਤਾ ਜਾਵੇ। ਤੁਹਾਡੀ ਆਪ ਦੀ ਆਵਾਮ ਆ, ਆਪ ਦੇ ਤੁਹਾਡੇ ਕਿਸਾਨ ਆ, ਇਹਨਾਂ ਉੱਤੇ ਰਾਜਨੀਤੀ ਨਾ ਕੀਤੀ ਜਾਵੇ। ਹਰ ਪਰਖ ਦੀ ਰਾਜਨੀਤੀ ਜਿਹੜੀ ਨੈਸ਼ਨਲ ਲੈਵਲ 'ਤੇ ਮੈਂ ਇਹ ਕਹਿਣਾ ਵੀ ਜੇ ਅਸੀਂ ਬੈਠੇ ਹਾਂ, ਮੈਂ ਇਹ ਕਹਿਣਾ ਕੋਈ ਸੰਕੋਚ ਨਹੀਂ ਕਰੂੰਗਾ ਵੀ ਓਪੋਜੀਸ਼ਨ ਵੀ ਮਾੜੀ ਹੈ। ਕੱਲਾ ਰਾਜਯੋਗ ਨਹੀਂ ਮਾਰਾ, ਜਿਹੜੇ ਰਾਜ ਕਰ ਰਹੇ ਨੇ ਉਹਦੇ ਸਾਹਮਣੇ ਓਪੋਜੀਸ਼ਨ ਵੀ ਬਹੁਤ ਮਾੜੀ ਆ, ਜਿਹੜਾ ਸਾਨੂੰ ਇੱਥੇ ਬੈਠਣਾ ਪੈ ਗਿਆ। ਇਹ ਸਿਆਸਤ ਨੇ ਸਾਨੂੰ ਇੱਥੇ ਬੈਠਣ ਦੇ ਸਾਰਿਆਂ ਨੂੰ ਵਜ੍ਹਾ ਮੰਨਦੇ ਸਾਰੇ ਆ। ਤੁਹਾਡੇ ਸਾਹਮਣੇ ਓਪੋਜੀਸ਼ਨ ਨੇ ਕੀ ਕਰ ਲਿਆ ਜੀ? ਪਾਰਲੀਮੈਂਟ ਜਿੰਨੇ ਦਿਨ ਚੱਲੀ ਉਨੇ ਦਿਨ ਆਪਣਾ ਬੋਲ ਲਿਆ ਜੀ ਵੀ ਹਾਂ ਲੋਕਡਾਊਨ। ਉਸ ਤੋਂ ਬਾਅਦ ਅੱਜ ਕੋਈ ਆਵਾਜ਼ ਹੈ? ਕੋਈ 2 ਮਹੀਨੇ ਤੱਕ ਓਪੋਜੀਸ਼ਨ ਨਹੀਂ ਬੋਲ ਸਕੀ ਇਸ ਮੁੱਦਿਆਂ ਦੇ ਉੱਤੇ ਵੀ 3 ਲਾਅ ਤੇ ਤੁਸੀਂ ਕੀ ਕਰਨਾ, ਕੀ ਪਲੈਨਿੰਗ ਆ। ਕੋਈ ਕਮੇਟੀ ਬਣ ਸਕਦੀ ਸੀ, ਪਾਰਲੀਮੈਂਟਰੀ ਕਮੇਟੀ, ਸਾਡੇ ਤੱਕ ਉਹ ਵੀ ਆ ਕੇ ਪਹੁੰਚ ਕਰ ਸਕਦੇ ਸੀ ਪਾਰਲੀਮੈਂਟਰੀ ਕਮੇਟੀ ਬਣਾ ਕੇ। ਕਿਸੇ ਨੇ ਯੋਗਦਾਨ ਪਾਉਣਾ ਸੰਭਵ ਨਹੀਂ ਸਮਝਿਆ ਵੀ ਜੇ ਕਿਸਾਨ ਬੈਠੇ ਆ ਵੀ ਇਹਨਾਂ ਨੂੰ ਕੋਈ ਬਣਾਇਆ ਜਾਵੇ ਜਾਂ ਕੁਛ। ਉਸ ਤੋਂ ਬਾਅਦ ਇਲੈਕਸ਼ਨਾਂ ਆ ਗਈਆਂ ਕਈ ਸਟੇਟਾਂ 'ਚ। ਮੇਰੇ ਖਿਆਲ ਨਾਲ ਸਿਆਸੀ ਪਾਰਟੀਆਂ ਤਾਂ ਉੱਧਰ ਰੁੱਝੀਆਂ ਹੋਈਆਂ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿਸਾਨ ਮਰਦਾ। 351 ਕਿਸਾਨ ਸਾਡੇ ਸ਼ਹੀਦ ਹੋ ਚੁੱਕੇ ਨੇ, ਉਹਦਾ ਕੋਈ ਬਿਆਨ ਨਹੀਂ। ਇੱਥੇ ਸਾਡੇ ਕੋਈ ਪ੍ਰੋਬਲਮ, ਮੀਂਹ ਕਣੀ ਆਉਂਦਾ, ਗਰਮੀ 'ਚ ਰਹਿੰਦੇ ਆ, ਕੋਈ ਪ੍ਰੋਬਲਮ ਨਹੀਂ, ਕੋਈ ਪੁੱਛਣ ਨਹੀਂ ਆਇਆ, ਕੋਈ ਪ੍ਰਸ਼ਾਸਨ ਨਹੀਂ ਪੁੱਛਣ ਆਇਆ। ਹਰ ਕਿਸਾਨ ਨੇ ਸਮੇਂ ਦੇ ਹਿਸਾਬ ਨਾਲ, ਮੌਸਮ ਦੇ ਹਿਸਾਬ ਨਾਲ, ਆਪਦੇ ਹਿਸਾਬ ਨਾਲ ਟਰਾਲੀਆਂ ਦਾ ਤਬਦੀਲ ਕਰ ਲਿਆ, ਕੋਈ ਝੁੱਗੀਆਂ ਪਾ ਲਈਆਂ। ਜਿਹੜੇ ਹਿਸਾਬ ਨਾਲ ਆਪਣੇ ਉਹ ਸੁਹਿਰਦ ਇਰਾਦੇ ਨਾਲ ਬੈਠੇ ਨੇ, ਇਹ ਵਰਲਡ ਦੇਖਦਾ ਪਿਆ ਜੀ, ਦੁਨੀਆ ਨਹੀਂ ਦੇਖ ਰਹੀ। ਤੁਸੀਂ ਵੀ, ਮੈਂ ਤਾਂ ਕਹਿੰਦਾ ਵੀ ਘੱਟੋ ਘੱਟ ਦਿਖਾਓ ਇੱਥੇ ਲੋਕ ਕਿਵੇਂ ਆਪਦੇ ਘਰ-ਬਾਰ ਬਣਾਉਣ ਲੱਗੇ, ਨਿੱਕੇ ਨਿੱਕੇ ਬਣਾ ਕੇ ਕਮਰੇ, ਉਹ 'ਚ ਬੈਠਣ ਨੂੰ ਤਿਆਰ ਨੇ। ਤੇ ਉਹ ਕਹਿੰਦੇ ਵੀ ਤੁਸੀਂ ਨਾ ਪਿੱਛੇ ਹਟਿਓ, ਅਸੀਂ ਨਹੀਂ ਹਟਦੇ। ਤੁਹਾਡੇ ਤੋਂ ਬਹੁਤ ਉਮੀਦਾਂ ਨੇ ਲੋਕਾਂ ਨੂੰ, ਬਹੁਤ ਉਮੀਦਾਂ ਰੱਖ ਰਹੇ ਆ। ਸਾਡੇ ਤੇ ਸਗੋਂ ਸ਼ੱਕ ਦੀ ਸੂਈ ਰੱਖਦੇ ਆ ਵੀ ਤੁਸੀਂ ਨਾ ਹਟ ਜਿਓ। ਅਸੀਂ ਤੁਹਾਡੇ ਨਾਲ ਪੱਕੇ ਤੌਰ ਤੇ ਖੜੇ ਆ। ਪਿੰਡਾਂ ਨੇ, ਪੰਚਾਇਤਾਂ ਨੇ 10-10 ਬੰਦੇ 10-10 ਦਿਨ ਲਈ ਭੇਜ ਕੇ ਅੱਗੇ ਲਾਏ। ਤਾਂ ਮਤਲਬ ਮੈਂ ਇਹ ਸਮਝਦਾ ਵੀ ਨਿਆਣੇ ਵਾਲੀ ਗੱਲ, ਕਿਉਂ ਕਹਿੰਦੇ ਕਾਨੂੰਨ ਕੀ ਕਿਹੜੇ ਨਹੀਂ ਸਮਝ ਨਹੀਂ ਆਇਆ। ਪਹਿਲੇ ਕਹਿੰਦੇ ਕਿਸਾਨ ਅਨਪੜ੍ਹ ਨੇ ਵੀ ਕਾਨੂੰਨ ਸਮਝ ਨਹੀਂ ਲੱਗੇ। ਹੁਣ ਤਾਂ ਸੁਪਰੀਮ ਕੋਰਟ ਦੀ ਜਿਹੜੇ ਵਕੀਲ ਹੈ, ਜਿਹੜੇ ਕਾਨੂੰਨ ਦੇ ਮਾਹਿਰ ਕਹਿ ਸਕਦੇ ਆ, ਉਹ ਕਮੇਟੀਆਂ ਸਾਡੇ ਬਰਾਬਰ ਆਈ ਖੜ ਗਈਆਂ, ਬਾਹਰ ਆ ਕੇ ਸਾਡੇ ਬਰਾਬਰ ਖੜ ਗਈ। ਹਾਈ ਕੋਰਟ ਦੀ ਬਾਹਰ ਆ ਕੇ ਖੜ ਗਈ, ਲੋਕਲ ਬਾਹਰ ਆ ਕੇ ਖੜ ਗਈਆਂ। ਵਕੀਲ ਆ ਕੇ ਇੱਥੇ ਆਪਣੀ ਸਪੀਚ ਦੇ ਕੇ ਜਾਂਦੇ ਨੇ। ਫਿਰ ਕਿਹੜੀ ਰਾਜ ਹੱਟ ਆ ਜਿਹੜੀ ਇਹਨਾਂ ਨੂੰ ਉਡਾਈ ਬੈਠੀ ਹੈ? ਸਾਹਿਬ, ਸਰਕਾਰ ਨੂੰ ਲੱਗਦਾ ਹੈ ਕਿ ਹਲੇ ਸੁਨੇਹਾ ਨਹੀਂ ਪਹੁੰਚਿਆ। ਸਿੱਧੀ ਅਦਾਇਗੀ ਦੇ ਮਾਮਲੇ ਦੀ ਗੱਲ ਕਰਦੇ ਆਪਾਂ। ਸਿੱਧੀ ਅਦਾਇਗੀ, ਹਾਲਾਂਕਿ ਪੰਜਾਬ ਸਰਕਾਰ ਨੇ ਇਹ ਕਹਿਤਾ, ਤੁਸੀਂ ਕਿਹਾ ਕਿ ਆਪੋਜੀਸ਼ਨ ਨੇ ਸਾਡਾ ਸਾਥ ਨਹੀਂ ਦਿੱਤਾ। ਇੱਕ ਚੀਜ਼ ਮੈਂ ਤੁਹਾਡੀ ਪਲੱਸ ਕਰਨੀ ਚਾਹੁੰਦਾ ਇਹਦੇ ਵਿੱਚ ਕਿ ਪੰਜਾਬ ਸਰਕਾਰ ਨੇ ਤਾਂ ਪਹਿਲਾਂ ਕਹਿਤਾ ਸੀ ਸਿੱਧੀ ਅਦਾਇਗੀ ਅਸੀਂ ਤਾਂ ਨਹੀਂ ਕਰਾਂਗੇ, ਅਸੀਂ ਆੜ੍ਹਤੀਆਂ ਦੇ ਥਰੂ ਦੇਵਾਂਗੇ। ਹੁਣ ਉਹਨਾਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਹੁੰਦੀ ਹੈ ਤੇ ਕੇਂਦਰ ਸਰਕਾਰ ਤਾਂ ਸਿੱਧੇ ਤੌਰ ਤੇ ਮਨਾ ਕਰ ਗਈ ਕਿ ਨਹੀਂ, ਸਾਨੂੰ ਤਾਂ ਮਨਜ਼ੂਰ ਨਹੀਂ ਹੈਗਾ, ਅਸੀਂ ਤਾਂ ਸਿੱਧੀ ਅਦਾਇਗੀ ਹੀ ਜਿਹੜੀ ਦੇਣੀ ਆ। ਪਹਿਲਾਂ ਤਾਂ ਤੁਹਾਡੀ ਟਿੱਪਣੀ ਚਾਹੂੰਗਾ, ਉਸ ਤੋਂ ਬਾਅਦ ਅਗਲੇ ਸਵਾਲ ਤੇ ਆਵਾਂਗੇ ਕਿ ਕਿਸਾਨ ਜਥੇਬੰਦੀਆਂ ਦਾ ਇਸ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਸਟੈਂਡ? ਦੇਖੋ, ਸਾਡੀ ਪੰਜਾਬ ਤੋਂ ਮੈਂ ਦੱਸ ਸਕਦਾ, ਪੰਜਾਬ ਬਾਰੇ ਗੱਲ ਕੀਤੀ ਜਾ ਰਹੀ ਹੈ। ਪੰਜਾਬ ਦੀ ਮੰਡੀ ਬੋਰਡ ਦਾ ਇੱਕ ਐਕਟ ਆ। ਪਹਿਲੀ ਗੱਲ, ਫੈਡਰਲ ਢਾਂਚਾ। ਸਾਡੇ ਸਟੇਟ ਨੂੰ ਆਪਾਂ ਜਿਹੜੀ ਲੜਾਈ ਲੜਨਾ ਹੈ 3 ਲਾਅ ਦੀ, ਉਹ ਵਿੱਚ ਹੀ ਆ ਗਈ ਇਹਦੇ ਵੀ ਫਸਲ, ਫਾਰਮਿੰਗ ਤੇ ਫਾਰਮਿੰਗ ਪ੍ਰੋਡਿਊਸ, ਇਹ ਸਟੇਟ ਦਾ ਅਧਿਕਾਰ ਆ ਇਹ ਤੇ ਲਾਅ ਬਣਾਉਣੇ। ਤਾਂ ਮੰਡੀ ਬੋਰਡ ਬਣਿਆ, ਉਸ ਲਾਅ ਅਧੀਨ ਬਣਿਆ। ਉਹਦੇ ਵਿੱਚ APMC ਮੰਡੀ ਐਕਟ ਦੇ ਵਿੱਚ ਲਿਖਿਆ ਹੋਇਆ ਸਾਫ਼ ਵੀ ਕਿਸਾਨ ਜੇ ਸਿੱਧੀ ਚਾਹੇ ਸਿੱਧੀ ਲੈ ਸਕਦਾ, ਜੇ ਆੜ੍ਹਤੀ ਦੇ ਥਰੂ ਚਾਹੇ ਆੜ੍ਹਤੀ ਦੇ ਥਰੂ ਲੈਣਾ ਚਾਹੁੰਦਾ। ਕਿਸਾਨ ਨੂੰ ਆਜ਼ਾਦੀ ਆ, ਕਿਸਾਨ ਆਪਣੇ ਆਜ਼ਾਦ ਤੌਰ ਤੇ ਆਪਣੀ ਫਸਲ ਵੇਚ ਸਕਦਾ। ਇਹ AMC ਮੰਡੀ ਸਾਡੀ ਪੰਜਾਬ ਵਾਲੀ ਸਾਨੂੰ ਆਗਿਆ ਦਿੰਦੀ ਆ। ਤੇ ਫਿਰ ਸੈਂਟਰ ਨੂੰ ਆ ਕੇ ਫਿਰ ਉਸ ਦਖਲ ਦੇਣਾ, ਫਿਰ ਉਹੀ ਫੈਡਰਲ ਢਾਂਚਾ ਜਿਹੜੇ ਅਸੀਂ ਹੱਕ ਲਈ ਤੇ ਖੜੇ ਆ, ਫਿਰ ਤਾਂ ਉਹੀ ਅਟੈਕ ਦੁਆਰਾ ਕਰ ਰਹੀ ਆ ਸਰਕਾਰ। ਤਾਂ ਇਹਨਾਂ ਨੂੰ ਜਿਹੜਾ ਖਦਸ਼ਾ ਸੀ, ਮੈਂ ਕਹਿੰਦਾ ਜਿਹੜਾ ਮੈਂ ਸਾਫ਼ ਕਰਨਾ ਚਾਹੁੰਦਾ ਵੀ ਕਿਉਂ ਕਰ ਰਹੀ ਹੈ ਸੈਂਟਰ ਸਰਕਾਰ, ਇਹਨਾਂ ਨੂੰ ਖਦਸ਼ਾ ਸੀ ਵੀ ਸਹੀ ਪਹੁੰਚ ਬਿਜਲੀ ਜਿਹੜੀ ਅਸੀਂ ਸਬਸਿਡੀ ਜਾਂ ਅਸੀਂ MSP ਦਿੰਦੇ ਹਾਂ ਕਿਸਾਨ ਤੱਕ ਪਹੁੰਚੇ। ਅਸੀਂ ਵੀ ਚਾਹੁੰਦੇ ਹਾਂ ਵੀ ਜੋ ਵੀ ਸਰਕਾਰ, ਸੈਂਟਰ ਸਰਕਾਰ ਸਾਡੇ ਹਿੱਸੇ ਦਾ ਦਿੰਦੀ ਹੈ ਉਹ ਸਾਡੇ ਹਿੱਸੇ 'ਚ ਪਹੁੰਚਣਾ ਚਾਹੀਦਾ, ਕਿਸਾਨ 'ਚ ਨੂੰ ਪਹੁੰਚਣਾ ਚਾਹੀਦਾ। ਉਹ ਵਪਾਰੀ ਜਾਂ ਆੜ੍ਹਤੀ ਨੂੰ ਵਰਤਣਾ ਨਹੀਂ ਚਾਹੀਦਾ। ਅਸੀਂ ਇਸ ਦੇ ਹੱਕ 'ਚ। ਪਰ 2 ਸਾਲ ਦਾ 2018 ਦਾ ਸਾਨੂੰ ਸਿੱਧੇ ਚੈੱਕ ਦੀ ਅਦਾਇਗੀ ਆੜ੍ਹਤੀ ਕਰਨ ਲੱਗ ਗਿਆ ਸੀ। ਤਾਂ ਇੱਕ ਸਾਫ਼ ਸੁਥਰੀ ਗੱਲ ਸੀ, ਉਹਦੇ ਅਕਾਊਂਟ ਨੰਬਰ ਆ, ਸਾਡੇ ਆਧਾਰ ਕਾਰਡ ਜੁੜੇ ਹੋਏ ਨੇ, ਕਿਸਾਨ ਦਾ ਸਾਰਾ ਵੇਰਵਾ ਜੁੜਿਆ ਹੋਇਆ।
ਜਦੋਂ ਕੋਈ ਚੈੱਕ ਜਾਂਦਾ ਤਾਂ ਚੈੱਕ ਤਾਂ ਆਪਾਂ ਪੂਰਾ ਆਪਣੇ ਕੋਲ ਨੋਟ ਹੈ ਇੱਕ ਵੀ ਇਹ ਪੇਮੈਂਟ ਜੇ ਇਹ 10 ਕੁਆਂਟਲ ਵਿਕਿਆ ਤੇ 10 ਕੁਆਂਟਲ ਦੇ ਚੈੱਕ ਕਿਹਨੂੰ ਗਿਆ ਤੇ ਜੇ ਕਿਸਾਨ ਨੂੰ ਗਿਆ ਤਾਂ ਠੀਕ ਆ। ਜੇ ਤੁਹਾਨੂੰ ਹੇਰਾਫੇਰੀ ਲੱਗਦੀ ਤੁਸੀਂ ਉਹ ਚੈੱਕ ਕਰਾਓ, ਤੁਸੀਂ ਅਦਾਇਗੀਆਂ ਵਾਲੇ ਪਾਸੇ ਨਾ ਜਾਓ। ਅਦਾਇਗੀਆਂ ਵਾਲਾ ਕਾਰਨ ਕੀ ਆ ਵੀ ਕਈ ਵਾਰੀ ਪ੍ਰੈਕਟੀਕਲੀ ਏਸੀ 'ਚ ਬੈਠੇ ਅਫਸਰ ਸਮਝ ਨਹੀਂ ਪਾਉਂਦੇ। ਸਾਡੀ ਖੇਤੀ 45 ਕਹੂੰਗਾ 50 ਵੀ ਹੋ ਸਕਦੀ ਆ ਵੀ ਠੇਕੇ ਤੇ ਚੜ੍ਹਦੀ ਆ, ਲੈਨੇ ਆ ਠੇਕੇ ਤੇ। ਸਾਡੇ ਮੁਲਾਜ਼ਮ ਵੀ ਦੇ ਕੇ ਜਾਂਦੇ ਆ, ਸਾਡੇ NRI ਵੀ ਦੇ ਕੇ ਜਾਂਦੇ ਨੇ। ਜਿਹੜੇ ਉਹ ਲੋਕ ਸਾਨੂੰ ਠੇਕੇ ਦੇ ਕੇ ਜਾਂਦੇ ਆ, ਸਾਡੇ ਕੋਲ ਉਨੀ ਮਾਇਆ ਨਹੀਂ ਹੁੰਦੀ ਵੀ ਉਹ ਖੇਤੀ ਕਰ ਸਕੀਏ, ਉਹਨੂੰ ਐਡਵਾਂਸ ਠੇਕਾ ਦੇ ਸਕੀਏ। ਉਹਦਾ ਜਿਹੜਾ ਲੈਣ ਦੇਣਾ ਅਸੀਂ ਆੜ੍ਹਤੀ ਥਰੂ ਕਰਦੇ ਆ। ਆੜ੍ਹਤੀ ਨੂੰ ਵੀ ਲਾਲਚ ਹੁੰਦਾ ਜੇ ਅੱਜ ਮੈਂ ਇਹਨੂੰ ਪੈਸੇ ਦਿੰਨਾ ਕੱਲ ਨੂੰ ਮੇਰੇ ਫਸਲ ਸਿੱਟੂਗਾ, ਤਾਂ ਉਹਦੇ ਨਾਲ ਸਾਡਾ ਬਹੀਰਾਂ ਦਾ 40 ਸਾਲਾਂ ਦਾ ਹਿਸਾਬ ਚੱਲਦਾ ਪਿਆ। ਸਾਡੇ ਲੈਣ ਦੇਣ ਕਈ ਜਗ੍ਹਾ ਲੈਣੇ ਆ, ਕਈ ਜਗ੍ਹਾ ਦੇਣੇ ਨੇ, ਤਾਂ ਉਹਦੇ 'ਚ ਮਨਾਂ 'ਚ ਫਰਕ ਪੈ ਰਿਹਾ। ਹੁਣ ਆਹ ਅੰਦੋਲਨ ਦੇ ਵਿੱਚ ਨਾ ਸਾਨੂੰ ਆੜ੍ਹਤੀ ਵੀਰ ਬਹੁਤ ਸਾਥ ਦੇ ਰਹੇ ਸੀ, ਤਾਂ ਉਹ ਸਾਥ ਨੂੰ ਖਰਾਬ ਕਰਨ ਲਈ ਜਾਣ ਕੇ ਆ ਸਮਾਂ ਹੁਣ ਵਰਤਿਆ ਗਿਆ। ਪਹਿਲੀ ਫਸਲ ਹੀ ਅੰਦੋਲਨ ਤੋਂ ਬਾਅਦ ਵਰਤੀ ਗਈ ਵੀ ਇਹਨਾਂ ਨੂੰ ਇੱਥੇ ਪਹਿਲਾਂ ਆਪਸ 'ਚ ਲੜਾਇਆ ਜਾਵੇ। ਜਿਵੇਂ ਪਹਿਲਾਂ ਸਾਨੂੰ ਤੁਹਾਨੂੰ ਪਤਾ ਹੋਊ ਵੀ ਕਿ ਚਿੱਠੀ ਆ ਗਈ ਸੀ BSF ਦੀ ਵੀ ਬਾਰਡਰ ਦੇ ਏਰੀਏ ਦੇ ਵਿੱਚ ਨਸ਼ਿਆਂ ਨੂੰ ਲਾ ਕੇ ਬਾਹਰਲੇ ਜਿਹੜੇ ਮਜ਼ਦੂਰ ਆ ਉਹ ਨਸ਼ਿਆਂ ਤੇ ਲਾ ਕੇ ਬੰਦੂਆ ਮਜ਼ਦੂਰ ਬਣਾਇਆ ਜਾ ਰਿਹਾ, ਤੇ ਉਹ ਬੰਦਿਆ ਮਜ਼ਦੂਰ ਵੀ ਇਸ 'ਚ ਸੀ। ਦੇਖੋ ਹੁਣ ਕਿੰਨੀ ਵਧੀਆ ਸਕੀਮ ਸੀ। ਮੈਂ ਤਾਂ ਮੰਨ ਗਿਆ ਇਹਨਾਂ ਦੀ ਸਰਕਾਰ ਦੀ ਨੀਤੀਆਂ ਨੂੰ। ਜਿੱਥੇ ਸਾਡੀ ਦਿਮਾਗ ਮੁੱਕਦਾ ਉੱਥੇ ਸਰਕਾਰ ਦਾ ਸ਼ੁਰੂ ਹੁੰਦਾ। ਪਹਿਲਾਂ ਆੜ੍ਹਤੀ ਤੇ ਕਿਸਾਨ ਨੂੰ ਲੜਾਉਣ 'ਚ ਇਹ ਸਿੱਧੀ ਤੈਗੀ ਕੰਮ ਕਰੂਗੀ, ਫਿਰ ਕਿਸਾਨ ਤੇ ਜਿਹੜਾ ਸਾਡਾ ਜ਼ਮੀਨ ਦਾ ਮਾਲਕ ਆ ਉਹ ਵੀ ਸਾਡਾ ਵੀਰ ਹੀ ਆ ਕਿਸਾਨ, ਪਰ ਉਹ ਦੇਖ ਦਿੰਦਾ ਕੁਛ ਮਜਬੂਰੀ ਖਾਤਰ ਉਹਦੇ ਨਾਲ ਲੜਾਉਣ 'ਚ ਵੀ ਪੇਮੈਂਟ ਉਹਦੇ ਖਾਤੇ ਜਾਊ, ਫਿਰ ਕਿਸਾਨ ਲਈ ਫਿਰੂ ਤੇ ਫਿਰ ਆੜ੍ਹਤੀ ਨੂੰ ਫੜਾਉਂਦਾ ਫਿਰੂਗਾ। ਉਸ ਤੋਂ ਬਾਅਦ ਲੱਭਿਆ ਇਹਨਾਂ ਨੇ ਵੀ ਚੌਥਾ ਇਹਨਾਂ ਦਾ ਥੰਮ ਆ ਜਿਹੜਾ ਖੇਤੀ ਦਾ ਉਹ ਮਜ਼ਦੂਰ ਆ। ਅਸੀਂ ਉਹਨਾਂ ਤੋਂ ਬਗੈਰ ਗੁਜ਼ਾਰਾ ਨਹੀਂ ਕਰ ਸਕਦੇ। ਸਾਡੇ ਉਹ ਘਿਓ ਖਿਚੜੀ ਵਾਂਗੂ ਭਰਾ ਨੇ, ਸਾਡੇ ਹੱਥ ਨਾਲ ਹੱਥ ਵਟਾਉਂਦੇ ਨੇ। ਜਿਹੜਾ ਪ੍ਰਵਾਸੀ ਮਜ਼ਦੂਰ ਵੀ ਆਉਂਦਾ ਸਾਡੇ ਆ ਕੇ ਖੁਸ਼ ਹੋ ਕੇ ਰਹਿੰਦਾ। COVID-19 ਇਹਦੀ ਨਿਸ਼ਾਨੀ ਆ। COVID-19 ਦੇ ਵਿੱਚ ਇੰਡਸਟਰੀ ਤੋਂ ਲੜੇ ਹੋਏ ਲੋਕ ਤੁਰ ਕੇ ਗਏ ਸੀ UP ਬਿਹਾਰ ਨੂੰ, ਤੇ ਸਾਡੇ ਖੇਤਾਂ 'ਚ ਕੰਮ ਕਰਦੇ ਹੋਏ ਮਜ਼ਦੂਰ ਸਾਡੇ ਘਰਾਂ 'ਚ ਰਹੇ। ਅਸੀਂ ਭਰਾ ਵਾਂਗੂ ਰੱਖੇ, ਨਾਲ ਹੀ ਰਾਸ਼ਨ ਦਿੱਤਾ, ਨਾਲ ਹੀ ਤਨਖਾਹ ਦਿੱਤੀ, ਨਾਲ ਹੀ ਕੋਈ ਉਹਦੀ ਆਮਦਨ ਦੀ ਕਮੀ ਨਹੀਂ ਆਈ। ਜਿੰਨਾ ਖੇਤ ਮਜ਼ਦੂਰ ਆਇਆ ਸੀ ਉਹਨੂੰ ਕਿਤੇ ਆਮਦਨ ਦੀ ਕਮੀ ਨਹੀਂ ਆਈ। ਈਵਨ ਸੀਜ਼ਨ 'ਚ ਜਾ ਕੇ ਆਪ ਜਾ ਕੇ ਬੱਸਾਂ ਨਾਲ ਲੈ ਕੇ ਉਹਨਾਂ ਨੂੰ ਬੱਸਾਂ 'ਤੇ ਲੈ ਕੇ ਆਏ, ਉਹਨਾਂ ਦੇ ਪਿੰਡਾਂ 'ਚੋਂ ਆ ਕੇ ਕੰਮ ਦਿੱਤਾ ਉਹਨਾਂ ਨੂੰ। ਇੱਥੇ ਝੋਨੇ ਦੀ ਲਗਵਾਈ ਕੀਤੀ, ਕਣਕ ਦੀ ਵਢਾਈ ਕੀਤੀ। ਆਪ ਅਸੀਂ ਸਗੋਂ ਗਏ ਤੇ ਉਹ ਹੱਸ ਕੇ ਸਾਡੇ ਕੋਲ ਕੰਮ ਕਰਨ ਆਉਂਦੇ, ਤੇ ਵਧੂਆ ਮਜ਼ਦੂਰ ਕਿਵੇਂ ਹੋ ਸਕਦਾ? ਜਿਹੜਾ COVID-19 ਦੇ ਵਿੱਚ ਸਾਡੇ ਆਖੇ ਲਾ ਕੇ ਬੱਸਾਂ ਚੜ੍ਹ ਕੇ ਆ ਗਿਆ, ਉਹ ਵਧੂਆ ਮਜ਼ਦੂਰ ਕਿਵੇਂ ਹੋ ਸਕਦਾ? ਉਹ ਤਾਂ ਇੱਥੋਂ ਕਮਾਈ ਲੈ ਕੇ ਜਾਂਦੇ ਤੇ ਖੁਸ਼ ਹੋ ਕੇ ਪੰਜਾਬ 'ਚੋਂ ਜਾਂਦੇ ਨੇ। ਇਹੀ ਐਗਰੀਕਲਚਰ ਦੀ ਇਕਨੋਮੀ ਕਾਰਨ ਉਹਨਾਂ ਦੀ ਇਕਨੋਮੀ ਵੀ ਚੱਲਦੀ ਆ। ਤਾਂ ਇਹ ਚਾਰੇ ਜਿਹੜੇ ਕੜੀ ਸੀ ਉਹ ਲੜਾਉਣ ਦੀ ਕੋਸ਼ਿਸ਼ ਕੀਤੀ ਗਈ। ਕਾਦੀਆਂ ਸਾਹਿਬ ਸਮਝ ਆਉਂਦੀ ਆਮ ਲੋਕਾਂ ਨੂੰ, ਇਹ ਸਾਰੀਆਂ ਚੀਜ਼ਾਂ ਸਮਝ ਆਉਂਦੀਆਂ ਵੀ ਕਿਉਂ ਹੈ, ਪਰ ਸਰਕਾਰ ਸਰਕਾਰ ਕਰ ਰਹੀ ਆ ਉਹ ਵੀ ਕਿਉਂ ਹੈ? ਮਤਲਬ ਇਹ ਵੀ ਗੱਲ ਇੱਕ ਸਮਝਣੀ ਪਊਗੀ ਕਿ ਸਰਕਾਰ ਸਾਡੇ ਨਾਲ ਗੱਲਬਾਤ ਕਰਨ ਦੀ ਬਜਾਏ, ਸਾਡੇ ਨਾਲ ਬੈਠ ਕੇ ਇਸ ਮਸਲੇ ਦਾ ਹੱਲ ਲੱਭਣ ਦੀ ਬਜਾਏ ਉੱਪਰ ਦੀ ਅਟੈਕ ਕਰਦੀ ਹੈ, ਨਵੀਆਂ ਚੀਜ਼ਾਂ ਭਾਲਦੀ ਹੈ। ਜਾਣੀ ਲੱਗਦਾ ਹੈ ਕਿ ਸਰਕਾਰ ਹਾਲੇ ਵੀ ਨਹੀਂ ਚਾਹੁੰਦੀ ਕਿ ਤੁਹਾਡੇ ਨਾਲ ਗੱਲਬਾਤ ਹੋਵੇ, ਮਸਲੇ ਨੂੰ ਨਿਬੇੜਿਆ ਜਾਵੇ। ਉਲਟਾ ਕਿਸਾਨ ਨੂੰ ਹੋਰ ਪਰੇਸ਼ਾਨ ਕਰਨ ਦੀਆਂ ਯੋਜਨਾਵਾਂ ਆਉਂਦੀਆਂ ਨੇ। ਜਾਣੀ ਇਹ ਤਾਂ ਫਿਰ ਹਾਲੇ ਇਹ ਕਹਿ ਸਕਦੇ ਹਾਂ ਕਿ ਦਿੱਲੀ ਦੂਰ ਹੈ। ਇਹ ਹਮੇਸ਼ਾ ਜਿਹੜੀ ਮਾੜੀ ਧਿਰ ਹੁੰਦੀ ਆ ਉਹਨੂੰ ਦਬਾਇਆ ਜਾਂਦਾ। ਅਸੀਂ ਇੱਕ ਇਕਨੋਮਿਕਲੀ ਮਾੜੇ ਆ, ਇਸ ਕਰਕੇ ਇਹ ਧਿਰ ਨੂੰ ਮਾੜਾ ਮੰਨਿਆ ਜਾਂਦਾ, ਕਿਉਂਕਿ ਅੱਜ ਕੱਲ੍ਹ ਪੈਸੇ ਦਾ ਯੋਗਾ ਕੈਪੀਟਲਿਜ਼ਮ ਦੇ ਵਿੱਚ ਸਰਮਾਏਦਾਰ ਨੂੰ ਤਕੜਾ ਸਮਝਿਆ ਜਾਂਦਾ। ਦੂਜੇ ਨੂੰ ਜਿੱਥੇ ਕਿ ਨੂਮੈਰੀਕਲ 'ਚ ਅਸੀਂ ਵੱਧਦਾ, ਹੱਥ ਸਾਡੇ ਵੱਧਦਾ, ਸਿਰ ਸਾਡੇ ਵੱਧ ਨੇ, ਦੇਸ਼ ਸਾਡਾ ਵੱਧਦਾ। ਜਦੋਂ ਆਜ਼ਾਦੀ ਲੈਣੀ ਸੀ ਉਦੋਂ ਸਾਡੇ ਸ਼ਹੀਦ ਹੋਏ, ਜਦੋਂ ਬਾਰਡਰਾਂ 'ਤੇ ਮਰਦੇ ਉਦੋਂ ਸਾਡੇ ਮੁੰਡੇ ਮਰਦੇ ਨੇ। ਜਾਂ ਮਜ਼ਦੂਰ ਦਾ ਮਰੂਗਾ ਜਾਂ ਕਿਸਾਨ ਦਾ ਮਰੂਗਾ, ਇਹ ਤਾਂ ਨਹੀਂ ਜਾਂਦੇ ਕੋਈ। ਜਿੰਨੇ ਕਾਰਪੋਰੇਟ ਘਰਾਣੇ ਇਹਨਾਂ ਦਾ ਕੋਈ ਮੁੰਡਾ ਅਫਸਰ ਨਹੀਂ ਲੱਗਦਾ, ਕੋਈ ਮੁੰਡਾ ਇਹਨਾਂ ਦਾ ਜਵਾਨ ਨਹੀਂ ਬਣਦਾ, ਕੋਈ ਸ਼ਹੀਦ ਨਹੀਂ ਹੋਇਆ। ਤਿਰੰਗਾ ਜਿਹੜਾ ਕਹਿੰਦੇ ਰਿਸਪੈਕਟ ਨਹੀਂ ਕਰਦੇ, ਸਭ ਤੋਂ ਵੱਧ ਸਾਡੇ ਮੁੰਡਿਆਂ ਦੇ ਪਏ ਜਿਹੜੇ ਬਾਰਡਰਾਂ 'ਤੇ ਮਰੇ। ਜਿਹੜਾ ਇਹ ਗੱਲ ਨਾ ਕਰਨੀ, ਇਹ ਕਾਰਪੋਰੇਟ ਘਰਾਣਿਆਂ ਦਾ ਰਲ ਕੇ ਬਣਾਈ ਹੋਈ ਰਾਜ, ਕਿਉਂਕਿ ਅਸੀਂ ਇਹਨਾਂ ਨੂੰ ਰਾਜ ਬਣਾਉਣ ਵਾਸਤੇ ਮਾਇਆ ਨਹੀਂ ਦੇ ਸਕਦੇ। ਉਸ 'ਤੇ ਇਹਨਾਂ ਨੂੰ ਮਾਇਆ ਚਾਹੀਦੀ ਇਲੈਕਸ਼ਨ ਲੜਨ ਨੂੰ, ਉਹ ਕਾਰਪੋਰੇਟ ਘਰਾਣੇ ਦਿੰਦੇ ਆ। ਫਿਰ ਜਿਹੜੇ ਦਿੰਦਾ ਭਾਈ ਉਹਦਾ ਜਿਹਦੀ ਤਨਖਾਹ ਲੈਂਦੇ ਆ ਉਹਦਾ ਫਿਰ ਘੱਟ ਪੂਰਾ ਕਰਦੇ ਆ। ਹੋਰ ਕੋਈ ਗੱਲ ਨਹੀਂ, ਲੇਟ ਤਾਂ ਹੁੰਨੇ ਪਏ ਆ, ਉਹ ਆਪਣੇ ਮਾਲਕਾਂ ਨੂੰ ਪੁੱਛ ਕੇ ਕੰਮ ਕਰਦੇ ਪਏ ਨੇ। ਉਹਨਾਂ ਦੇ ਮਾਲਕ ਕੋਈ ਹੋਰ ਨੇ, ਸਰਕਾਰਾਂ 'ਚ ਬੈਠੇ ਹੋਰ ਆ। ਅੰਗਰੇਜ਼ਾਂ ਨੂੰ ਭਜਾ ਕੇ ਅਸੀਂ ਸੋਚਿਆ ਅਸੀਂ ਡੈਮੋਕ੍ਰੇਸੀ ਲਿਆਵਾਂਗੇ, ਰਾਜ ਆਪਦਾ ਲਿਆਵਾਂਗੇ, ਪਰ ਰਾਜ ਕੋਈ ਹੋਰ ਆ। ਕਾਦੀਆਂ ਸਾਹਿਬ, ਹੁਣ ਥੋੜੀ ਗੱਲ ਆਪਾਂ ਲੱਖੇ ਵਰਗਿਆਂ ਦੀ ਕਰ ਲਈਏ ਕਿ ਲੱਖਾ ਸਿਧਾਣਾ ਦੀ ਵਾਪਸੀ ਹੋਈ, 32 ਕਿਸਾਨ ਜਥੇਬੰਦੀਆਂ ਨੇ ਹਾਮੀ ਭਰੀ। ਹਾਲਾਂਕਿ ਲੰਬਾ ਸਮਾਂ ਲੱਗਾ ਇਹਨੂੰ ਫੈਸਲੇ ਤੇ ਪਹੁੰਚਣ ਵਾਸਤੇ, ਫਿਰ ਸੰਯੁਕਤ ਕਿਸਾਨ ਮੋਰਚੇ ਦੀ ਮੋਹਰ ਲੱਗੀ ਤਾਂ ਜਾ ਕੇ ਕਿਤੇ ਮਸਲਾ ਹੱਲ ਹੋਇਆ। ਪਰ ਇਹ ਸਭ ਦੇ ਵਿਚਾਲੇ ਜਿਹੜੇ BJP ਦੇ ਲੀਡਰ ਨੇ ਹਰਜੀਤ ਗਰੇਵਾਲ ਹੋਰੀ, ਉਹ ਕਹਿੰਦੇ ਲੱਖੇ ਨੂੰ ਲਿਆਉਣਾ ਜਾਂ ਲੱਖੇ ਨੂੰ ਵਾਪਸ ਮੋਰਚੇ ਦੇ ਵਿੱਚ ਲੈ ਕੇ ਆਉਣਾ, ਉਹਨੂੰ ਸਟੇਜ ਤੇ ਲੈ ਕੇ ਆਉਣਾ, ਅੰਦੋਲਨ ਦਾ ਹਿੱਸਾ ਬਣਾਉਣਾ ਜਥੇਬੰਦੀਆਂ ਦੇ ਲੀਡਰਾਂ ਦੀ ਮਜਬੂਰੀ ਬਣ ਗਈ ਸੀ। ਕਹਿੰਦੇ ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਪੈ ਰਿਹਾ।
ਕਹਿੰਦੇ ਡਰਦੇ ਨੇ ਕਿ ਲੋਕ ਸਾਨੂੰ ਹੁਣ ਇੱਟਾਂ ਵੱਟੇ ਮਾਰਨਗੇ ਤੇ ਲੱਖਾਂ ਬਚਾਉਣ ਆਊਗਾ। ਨਹੀਂ, ਕੋਈ ਸਿੰਗਲ ਮੈਨ ਇੰਨਾ ਬਚਾਉਣ ਨਹੀਂ ਆਉਂਦਾ ਹੁੰਦਾ। ਜਦੋਂ ਲੋਕਾਂ ਨੇ ਸਾਨੂੰ ਮਾਰਨਾ, ਉਹ ਤਾਂ ਸਾਡੇ ਮਾੜੇ ਕਰਮ ਹੋਣਗੇ, ਮਾੜੇ ਅਸੀਂ ਕਰਮ ਕਰਾਂਗੇ ਤਾਂ ਮਾਰਨਗੇ। ਸਾਡੇ ਝੱਗੇ ਤਾਂ ਨਹੀਂ ਪਾੜਦੇ ਜਿਨ੍ਹਾਂ ਨੇ ਮਾੜੇ ਕੰਮ ਕੀਤੇ, ਉਹਨਾਂ ਦੇ ਝੱਗੇ ਵੀ ਪਾੜੇ ਆ ਉਹਨਾਂ ਨੇ। ਤੇ ਇਹ ਸਮੇਂ ਨਾਲ ਕੋਈ ਇੱਕ ਬੰਦਾ ਐਡਾ ਵੱਡਾ ਨਹੀਂ ਹੁੰਦਾ, ਕੋਈ ਇੱਕ ਬੰਦਾ ਕੋਈ ਇੰਨਾ ਛੋਟਾ ਨਹੀਂ ਹੁੰਦਾ। ਸਾਡਾ ਪੰਜਾਬੀ ਭਾਈ ਆ, ਜੇ ਬਰਾਬਰ ਆ ਕੇ ਖੜ ਗਿਆ ਤਾਂ ਹਰਜੀਤ ਗਰੇਵਾਲ ਨੂੰ ਵੀ ਬਰਾਬਰ ਆ ਕੇ ਖੜਨਾ ਚਾਹੀਦਾ ਸੀ। ਅਸੀਂ ਕਹਿੰਦੇ ਤੂੰ ਵੀ ਆ ਜਾ ਅੰਦੋਲਨ 'ਚ, ਅਸੀਂ ਤਾਂ ਸਾਰਿਆਂ ਨੂੰ ਬੁਲਾਉਂਦੇ ਆ, ਇਕੱਲੇ ਇੱਕ ਬੰਦੇ ਦੀ ਗੱਲ ਨਹੀਂ ਹੁੰਦੀ। ਪਰ ਸਾਰੇ ਪੰਜਾਬ ਦੇ ਬੰਦਿਆਂ ਨੂੰ ਇੱਕਜੁੱਟ ਹੋ ਕੇ ਲੜਾਈ ਲੜਨੀ ਪਊਗੀ। ਮੈਂ ਪਹਿਲੇ ਦਿਨ ਤੋਂ ਬਿਆਨ ਦਿੰਦਾ ਪਿਆ, ਮੇਰਾ ਉਹੀ ਬਿਆਨ ਅੱਜ ਆ, ਉਹੀ ਕੱਲ੍ਹ ਸੀ, ਉਹੀ ਪਰਸੋਂ ਸੀ, ਵੀ ਜੇ ਡਿਫਰੈਂਸ ਹੈਗੇ ਆ ਉਹ ਪੰਜਾਬ ਜਾ ਕੇ ਕੱਢਾਂਗੇ, ਇੱਥੇ ਕੱਢਣ ਦੀ ਲੋੜ ਨਹੀਂ। ਜਾਣੀ ਜੇ ਇਹ ਮੁੱਦਾ ਬਣਿਆ ਰਿਹਾ, ਜੇ ਇਹ ਉਲਝਣ ਬਣੀ ਰਹੀ, ਜਾਣੀ ਲੱਖੇ ਦੇ ਮਾਮਲੇ ਨੂੰ ਲੈ ਕੇ 32 ਕਿਸਾਨ ਜਥੇਬੰਦੀਆਂ ਨੂੰ ਕਈ ਵਾਰ ਬੈਠਣਾ ਪਿਆ, ਸੰਯੁਕਤ ਕਿਸਾਨ ਮੋਰਚੇ ਨੂੰ ਕਈ ਵਾਰ ਗੱਲ ਕਰਨੀ ਪਈ। ਜਾਣੀ ਜੇ ਇਦਾਂ ਦਾ ਮਾਹੌਲ ਆਇਆ, ਤੁਸੀਂ ਮੰਨਦੇ ਹੋ ਕਿ ਨਹੀਂ ਬਣਨਾ ਚਾਹੀਦਾ ਸੀ, ਇਹ ਜਿਹੇ ਹਾਲਾਤ ਨਹੀਂ ਹੋਣੇ ਚਾਹੀਦੇ ਸੀ? ਨਹੀਂ, ਹਾਲਾਤ ਜੇ ਹੁਣ ਤੁਸੀਂ ਗੁੱਸਾ ਮੰਨ ਜਾਣਾ ਮੇਰੀ ਗੱਲ ਤਾਂ, ਮੈਂ ਤਾਂ ਵਿਊਰ ਨੂੰ ਵੀ ਕਹਿਣਾ, ਹਾਲਾਤ ਆ ਤੁਹਾਡੇ ਵੈਬ ਕੈਮਰੇ ਕੂਮਰੇ ਵਾਲੇ ਨੇ ਬਣਾਇਆ, ਕੋਈ ਇੱਥੇ ਗਰਾਊਂਡ 'ਚ ਹੈ ਨਹੀਂ ਹੈ। ਉਹ ਵੀ ਇੱਥੇ ਤੁਰਿਆ ਫਿਰਦਾ ਸੀ ਸਾਡੇ ਨਾਲ 60 ਦਿਨ ਪਹਿਲਾਂ, ਉੱਥੇ ਇਲੈਕਸ਼ਨਾਂ ਜਦੋਂ ਬੈਠੇ ਸੀ ਟਰੈਕ ਦੇ ਉੱਤੇ, ਤਾਂ ਉੱਥੇ ਵੀ ਆਉਂਦਾ ਰਿਹਾ, ਸਾਡੇ ਬੋਲਦਾ ਰਿਹਾ, ਸਾਡੇ ਵਿੱਚ ਸੀਗਾ, ਜਿੱਥੇ ਹੀ ਕਹਿੰਦੇ ਸੀ ਗਾਇਕਾਰ ਵੀਰ, ਜਿਵੇਂ ਪਤਾ ਹੀ ਆ ਸਾਰਿਆਂ ਨੂੰ ਪੰਜਾਬੀ ਗਾਇਕਾਂ ਨੇ ਬਹੁਤ ਵੱਡਾ ਹਿੱਸਾ ਪਾਇਆ ਇਸ ਅੰਦੋਲਨ ਦੇ ਵਿੱਚ, ਤੇ ਉਹਨਾਂ ਨਾਲ ਆਉਂਦਾ ਸੀ, ਉਹਨਾਂ ਨਾਲ ਪ੍ਰੋਗਰਾਮ ਬਣਾਉਂਦਾ ਸੀ। ਕੋਈ ਏਡੀ ਗੱਲ ਨਹੀਂ, ਜਿਹੜੀ ਗੱਲ ਹੋਈ ਆ ਕੁਛ ਡਿਫਰੈਂਸਸ ਹੁੰਦੇ ਆ, ਪਰ ਇਹਨੂੰ ਏਡਾ ਵੱਡਾ ਲੈ ਕੇ ਜਾਣਾ, ਮੀਡੀਆ 'ਚ ਲੈ ਕੇ ਜਾਣਾ ਕੋਈ ਜ਼ਰੂਰੀ ਨਹੀਂ ਸੀ। ਸਰਕਾਰ ਦੇ ਜਿਹੜੇ IT ਸੈੱਲ ਆ ਉਹ ਵੱਧ ਲੈ ਕੇ ਗਏ। ਹਰਜੀਤ ਗਰੇਵਾਲ ਵੀ ਵਿਚਾਰਾ IT ਸੈੱਲ 'ਚੋਂ ਇੱਕ ਪਾਰਟ ਹੋ ਸਕਦਾ ਜੀ। ਇੱਕ ਹੋਰ ਸਮੱਸਿਆ ਇੱਕ ਹੋਰ ਵੀ ਹੈ, ਕਿਉਂਕਿ ਕਣਕਾਂ ਪੱਕੀਆਂ ਪਈਆਂ ਨੇ ਜੀ, ਇਹਨੂੰ ਕਿਵੇਂ ਹੈਂਡਲ ਕੀਤਾ ਤੁਸੀਂ? ਕਿਉਂਕਿ ਆਸ-ਪਾਸ ਦੇ ਜਿਹੜੇ ਲੋਕ ਨੇ ਉਹ ਵੀ ਕਿਸਾਨ ਨੇ। ਆਪਾਂ ਹਰਿਆਣੇ ਦੇ ਲੈਂਡ 'ਤੇ ਖੜ੍ਹੇ ਹਾਂ, ਹਰਿਆਣੇ ਦੇ ਆਸ-ਪਾਸ ਦੇ ਪਿੰਡ, ਜਿਹੜੀ ਆਸੇ-ਪਾਸੇ ਆਪਾਂ ਜਗ੍ਹਾ ਦੇਖ ਰਹੇ ਹਾਂ, ਸਾਰੀ ਕਣਕ ਖੜੀ ਆ, ਪੱਕੀ ਹੋਈ ਆ, ਔਰ ਜਦੋਂ 24 ਘੰਟੇ ਵਾਸਤੇ ਬੰਦ ਕੀਤਾ ਜਾਊਗਾ, ਉਹ ਆਸ-ਪਾਸ ਦੇ ਪਿੰਡਾਂ ਨੂੰ, ਆਸ-ਪਾਸ ਦੇ ਕਿਸਾਨਾਂ ਨੂੰ ਵੀ ਥੋੜ੍ਹੀ ਬਹੁਤੀ ਦਿੱਕਤ ਆਊਗੀ। ਇਹਨੂੰ ਕਿਵੇਂ ਹੈਂਡਲ ਕਰਦੇ? ਇਸ ਦਾ ਹੈਂਡਲ ਕਰਨ ਦਾ ਤਰੀਕਾ ਹੀ ਵਰਤਿਆ, ਤਾਂ ਹੀ ਟਾਈਮਿੰਗ ਚੇਂਜ ਹੋਈ ਹੈ ਜੀ। 8 ਤੋਂ 8 ਦਾ ਮਤਲਬ ਰਾਤ ਨੂੰ ਕਮਾਈ ਤਾਂ ਚੱਲਣੀ ਨਹੀਂ, ਸੜਕ ਰਾਤ ਨੂੰ ਬੰਦ ਰਹਿ ਕੇ ਬਹੁਤ ਵੱਡਾ ਕੰਮ ਹੋ ਜਾਣਾ ਜੀ। 8 ਤਰੀਕ ਨੂੰ ਜੇ ਇੱਕ ਦਿਨ ਕਿਸਾਨ ਨਹੀਂ ਵੱਢੂਗਾ ਨਾ, ਤੇ ਪੂਰੀ ਉਮਰ ਦੀਆਂ ਖੇਤੀਆਂ, ਪੂਰੀ ਉਮਰ ਦੀਆਂ ਫਸਲਾਂ ਤੇ ਪੂਰੀ ਉਮਰ ਦੀਆਂ ਜ਼ਮੀਨਾਂ ਬਚਾਉਣ ਵਾਸਤੇ ਇੱਕ ਦਿਨ ਕੋਈ ਵੱਡੀ ਗੱਲ ਨਹੀਂ। ਅਸੀਂ ਖੁਦ ਕਿਸਾਨ ਆ, ਕਿਸਾਨਾਂ ਦੀ ਹਿੱਕ ਨਾਲ ਰੱਖੇ ਆ। ਤੁਸੀਂ ਸਾਹਮਣੇ ਦੇਖ ਸਕਦੇ ਹੋ ਵੀ ਉਹ ਵਾਢੀ ਚੱਲਦੀ ਪਈ ਆ, ਉਹ ਬੁੜੀਆਂ ਵੱਢਦੀਆਂ ਪਈਆਂ ਤੇ ਉਹ ਵੱਢਦੀਆਂ ਰਹਿਣਗੀਆਂ। ਸੜਕ ਰਾਹ ਬੰਦ ਹੋਣੇ ਆ, ਵਾਢੀ ਨਹੀਂ ਬੰਦ ਹੈ। ਕਿਸਾਨ ਦੀ ਵਾਢੀ ਇੱਦਾਂ ਹੀ ਚਾਲੂ ਰਹੂਗੀ ਜਿਵੇਂ ਹੈਗੀ ਆ। ਅਸੀਂ ਤਾਂ ਇਹਨਾਂ ਦੇ ਭਾਈ ਆ, ਛੋਟੇ ਵੱਡੇ ਹਰਿਆਣਾ ਪੰਜਾਬ ਭਾਈ ਆ, ਪੂਰੀਆਂ ਫਸਲਾਂ ਚੁਕਾਉਣ ਤੱਕ ਜਾਂਦੇ ਆ ਮੁੰਡੇ ਸਾਡੇ, ਤਾਂ ਕੋਈ ਇਹੋ ਜਿਹੀ ਗੱਲ ਨਹੀਂ। ਇਹ ਅੰਦੋਲਨ ਦੇ ਵਿੱਚ ਪਹਿਲਾਂ ਅਕਤੂਬਰ ਦੇ ਵਿੱਚ ਅਸੀਂ ਇਦਾਂ ਹੀ ਅੰਦੋਲਨ ਦੇ ਵਿੱਚ ਹੀ ਝੋਨਾ ਵੱਢਿਆ ਤੇ ਕਣਕ ਲਾਈ ਆ, ਤੇ ਆਹ ਉਹ ਕਣਕ ਜਿਹੜੀ ਅੰਦੋਲਨ 'ਚ ਲੱਗੀ ਸੀ ਤੇ ਅੰਦੋਲਨ 'ਚ ਹੀ ਵੱਢੀ ਜਾ ਰਹੀ ਹੈ ਜੀ। ਕਾਦੀਆਂ ਸਾਹਿਬ, ਆਖਰੀ ਸਵਾਲ ਹੈ ਕਿ ਪੰਜਾਬ ਦੇ ਲੋਕਾਂ ਨੂੰ, ਪੰਜਾਬ ਹਰਿਆਣਾ, ਇਹਨਾਂ ਲੋਕਾਂ ਤੱਕ ਕਿਸ ਤਰ੍ਹਾਂ ਦਾ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਲੋਕਾਂ ਦੇ ਵਿੱਚ ਕਈ ਧਾਰਨਾਵਾਂ ਬਣਦੀਆਂ ਨੇ, ਚਾਹੇ ਉਹ ਸੋਸ਼ਲ ਮੀਡੀਆ ਨੂੰ ਲੈ ਕੇ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਬਹੁਤ ਵੱਡਾ ਹੱਥ ਹੁੰਦਾ ਹੈ ਸੋਸ਼ਲ ਮੀਡੀਆ ਦਾ, ਕਿਸੇ ਚੀਜ਼ ਨੂੰ ਪੋਜ਼ਿਟਿਵ ਦਿਖਾਉਣਾ, ਕਿਸੇ ਚੀਜ਼ ਨੂੰ ਨੈਗੇਟਿਵ ਦਿਖਾਉਣਾ। ਅੰਦੋਲਨ ਨੂੰ ਜੇਕਰ ਕੁਝ ਸ਼ਬਦਾਂ ਦੇ ਵਿੱਚ ਤੁਸੀਂ ਬਿਆਨਣਾ ਹੋਵੇ ਕਿ ਅੰਦੋਲਨ ਅੱਜ ਕਿੱਥੇ ਖੜਾ ਹੈ, ਤਾਂ ਕਿਸ ਤਰ੍ਹਾਂ ਦੇ ਨਾਲ ਲੋਕਾਂ ਤੱਕ ਸੁਨੇਹਾ ਪਹੁੰਚਾਉਣਾ ਚਾਹੋਗੇ? ਦੇਖੋ ਜੀ, ਪਹਿਲਾਂ ਤਾਂ ਅੰਦੋਲਨ ਰੱਬ ਦੀ ਰਜ਼ਾ 'ਚ ਖੜਾ, ਜਿਵੇਂ ਰਜ਼ਾ 'ਚ ਖੜਾਉਂਦਾ ਉੱਦਾਂ ਹੀ ਰਹਿਣਾ ਚਾਹੀਦਾ, ਸਰਬੱਤ ਦਾ ਭਲਾ ਮੰਨਣਾ ਚਾਹੀਦਾ। ਇਹੀ ਸਾਨੂੰ ਅੰਦੋਲਨ ਸਿਖਾਉਂਦਾ ਪਿਆ। ਸਾਰੇ ਆਪਾਂ ਰਲ ਕੇ ਇਸ ਅੰਦੋਲਨ ਨੂੰ ਅੱਗੇ ਵਧਾਈਏ, ਇਹਨੂੰ ਲੈ ਕੇ ਜਾਈਏ। ਇਹ ਸੱਚ ਦੀ ਲੜਾਈ ਆ, ਇਹਦੇ 'ਚੋਂ ਸਾਨੂੰ ਪਿੱਠ ਦਿਖਾਉਣ ਦੀ ਕੋਈ ਲੋੜ ਨਹੀਂ, ਕੋਈ ਸਾਡੇ ਝੱਗੇ ਨਹੀਂ ਪਾੜਦਾ। ਅਸੀਂ ਜੇ ਸੱਚ 'ਤੇ ਖੜ੍ਹੇ ਹਾਂ ਤਾਂ ਲੋਕ ਸਾਡੀ ਅੱਖਾਂ 'ਚ ਅੱਖਰ ਲਾ ਕੇ ਗੱਲ ਕਰਨ। ਜੇ ਅਸੀਂ ਗਲਤ ਹਾਂ, ਸਾਨੂੰ ਆ ਕੇ ਸਟੇਜ 'ਤੇ ਦੱਸ ਸਕਦੇ, ਸੁਣਨ ਨੂੰ ਤਿਆਰ ਆ। ਤੇ ਬੰਦਾ ਵੀ ਗਲਤੀ ਦਾ ਪੁਤਲਾ ਹੁੰਦਾ, ਪਰ ਇਹ ਨਹੀਂ ਵੀ ਬੰਦਾ ਪੂਰਾ ਹੀ ਗਲਤ ਆ। ਇਹ ਬਹੁਤ ਸੋਚ ਸਮਝ ਕੇ ਬੜਾ ਵੱਡਾ ਅੰਦੋਲਨ ਲੋਕਾਂ ਨੇ ਕੀਤਾ, ਜਥੇਬੰਦੀਆਂ ਨੇ ਨਹੀਂ ਕੀਤਾ। ਜਥੇਬੰਦੀਆਂ ਤਾਂ ਥੋੜ੍ਹੇ ਰੂਪ 'ਚ ਆਈਆਂ ਸੀ, ਫਿਰ ਜਨ ਅੰਦੋਲਨ ਹੋ ਗਿਆ। ਇਹਨੂੰ ਅਸੀਂ ਸਵੀਕਾਰ ਕਰਦੇ ਵੀ ਜਨ ਅੰਦੋਲਨ ਬਣ ਗਿਆ, ਪਰ ਬਣਾਇਆ ਕਿਸਾਨ ਯੂਨੀਅਨ ਜਥੇਬੰਦੀਆਂ ਨੇ ਸੀਗਾ। ਤੇ ਪਰ ਅੱਜ ਆਪਾਂ ਤੁਹਾਨੂੰ ਇਹਦੀ ਜਿੱਤ ਪ੍ਰਾਪਤ ਕਰਕੇ ਹੀ ਮੁੜਾਂਗੇ, ਜਦ ਤੱਕ ਅਸੀਂ ਨਹੀਂ ਮੁੜਾਂਗੇ ਜੀ। ਬਹੁਤ ਧੰਨਵਾਦ ਕਾਦੀਆਂ ਸਾਹਿਬ, ਤੁਸੀਂ ਸਮਾਂ ਕੱਢਿਆ। ਅਸੀਂ ਪਹਿਲਾਂ ਵੀ ਦੱਸਿਆ ਕਿ KMP ਰੋਡ ਤੇ ਆ। ਇਹ ਆਉਣ ਵਾਲੇ ਕੱਲ ਸਵੇਰ 8 ਤੋਂ ਪਰਸੋਂ ਸਵੇਰ 8 ਤੱਕ, ਜਾਣੀ ਅਗਲੇ ਦਿਨ ਸਵੇਰ ਦੀ 8 ਵਜੇ ਤੱਕ ਇਹ ਰੋਡ ਬੰਦ ਰਹੇਗਾ। ਖੁੱਲੀ ਗੱਲਬਾਤ ਕਾਦੀਆਂ ਸਾਹਿਬ ਦੇ ਨਾਲ ਹੋਈ ਹੈ। ਕਈ ਚੀਜ਼ਾਂ ਦੇ ਵਿੱਚ ਉਹਨਾਂ ਨੇ ਭਾਵੁਕ ਬਿਆਨ ਵੀ ਦਿੱਤੇ ਨੇ ਕਿ ਸਰਕਾਰਾਂ ਅਜਿਹਾ ਕਿਉਂ ਕਰਦੀਆਂ ਹੁੰਦੀਆਂ, ਸਾਨੂੰ ਸਰਕਾਰਾਂ ਸਵੀਕਾਰ ਕਿਉਂ ਨਹੀਂ ਕਰ ਰਹੀਆਂ, ਅੱਜ ਕਿਸਾਨ ਨੂੰ ਸਵੀਕਾਰ ਕਿਉਂ ਨਹੀਂ ਕਰ ਰਹੀਆਂ, ਮਜ਼ਦੂਰ ਨੂੰ ਸਵੀਕਾਰ ਕਿਉਂ ਨਹੀਂ ਕਰ ਰਹੀਆਂ। ਤਾਂ ਇਹ ਤਰਾਸਦੀ ਹੈ ਸਾਡੇ ਦੇਸ਼ ਦੀ ਕਿ ਸਰਕਾਰਾਂ ਇਸ ਤਰੀਕੇ ਦੇ ਨਾਲ ਸੋਚਦੀਆਂ। ਜਦੋਂ ਕਿਰਤੀ ਸੜਕਾਂ 'ਤੇ ਬੈਠ ਕੇ ਆਪਣੇ ਹੱਕ ਮੰਗ ਰਿਹਾ ਹੈ, ਆਪਣੇ ਹੱਕ ਦੀ ਕਮਾਈ ਦਾ ਜੋ ਮੁੱਲ ਮੰਗ ਰਿਹਾ, ਤਾਂ ਸਰਕਾਰਾਂ ਉਹਦੇ ਸਾਹਮਣੇ ਫਿਰ ਪੱਥਰ ਕਿਉਂ ਹੋ ਜਾਂਦੀਆਂ। ਇਸ ਤਰ੍ਹਾਂ ਦੇ ਭਾਵੁਕ ਤਰੀਕੇ ਦੇ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ। ਤਾਂ
ਅੰਦੋਲਨ ਨਾਲ ਜੁੜਿਆ ਹੋਇਆ ਹਰ ਅਪਡੇਟ ਤੁਹਾਡੇ ਤੱਕ ਲੈ ਕੇ ਆਵਾਂਗੇ। ਤੁਸੀਂ ਜੁੜੇ ਰਹਿਣਾ ਵਿਜ਼ਨ ਪੰਜਾਬ ਟੀਵੀ ਦੇ ਨਾਲ। ਕੈਮਰੇ ਪਿੱਛੇ ਮੇਰਾ ਸਹਿਯੋਗ ਦਿੱਤਾ ਗੋਲਡੀ ਨੇ। ਮੈਂ ਰਵੀ ਸੰਗਰਾਹੁਰ, ਵਿਜ਼ਨ ਪੰਜਾਬ ਟੀਵੀ, ਦਿੱਲੀ।